पिछले वारी पंजाबी लुटे जाते तो लुटे जाते पर हुण पंजाबी लुटे नहीं जाणगे क्योंकि जिवें तुसीं आख्या कि इन्हां दे तां जिहड़े बंदे ने अगे मसंद ने जां तुसीं वर्ड यूज़ कीता उन्हां नूं तुसीं किवें फेस करोगे? हर छोटे तो छोटे काम वास्ते भी ये आपदे लत्त थल्लों दी टपाउंदे सी इन्हां दे जिहड़े मसंद छड्डे होए सी। उन्हां दे कोठे ढह गए पर उन्हां ने इन्हां दे अगे न्योए नहीं इन्हां दे अगे ਜਿਹੜਾ ਸੱਚ ਤੇ ਚੱਲੂਗਾ ਲੰਬਾ ਚੱਲੂਗਾ। ਪਾਵਰ ਦੇ ਵਾਸਤੇ ਕੋਈ ਵੀ ਕੰਪਰੋਮਾਈਜ਼ ਹੋ ਸਕਦੇ ਨੇ। ਐਂ ਸਮਝ ਲਿਆ ਵੀ ਜਿਵੇਂ ਨਾ ਆਪਦੀ ਗੱਡੀ ਚਲਾਉਣੀ ਹੁੰਦੀ ਹੈ ਤੇ ਲਖੀਰ ਖਿੱਚਣੀ ਹੁੰਦੀ ਹੈ ਵੀ ਐਂ ਖਿੱਚ ਲਓ ਇਹਨੂੰ ਟੇਢੀ ਕਰ ਲਓ ਸੇਮ ਨਾਲਾ ਕੱਢੀ ਜਾਂਦੇ ਤੁਸੀਂ ਇਹਨੂੰ ਉੱਤੋਂ ਦੀ ਕਰ ਦਿਓ ਜੀ ਇਹਨਾਂ ਨੇ ਕਹਿ ਦੇਣਾ ਉੱਤੋਂ ਦੀ ਕਰਦੇ ਪਈ ਕਿਸੇ ਨੇ ਕਹਿ ਦੇਣਾ ਥੱਲੋਂ ਦੀ ਕਰਦੇ ਕਹਿ ਦੇਣਾ ਥੱਲੋਂ ਦੀ ਕਰਦੇ ਪਈ। फिर ਜ਼ਿੰਮੇਵਾਰ के कल्प्रिट कौन होया फिर इस ਮੌਕਾ ਉਹ ਮੰਗਦਾ ਹੁੰਦਾ ਜਿਹੜਾ ਮੌਕਾ ਪ੍ਰਸਤ ਹੁੰਦਾ ਹੈ। दो 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਵੀ ਜਿਹੜੇ ਐਲਾਨ ਕਰ ਦਿੱਤੇ ਗਏ ਨੇ। ਪੰਜਾਬ ਦੀ ਸਭ ਤੋਂ ਹੌਟ ਸੀਟ ਦੀ ਗੱਲ ਕਰੀਏ ਤਾਂ ਉਹ ਹੈ ਲੰਬੀ। इस करके मन्नी जाती है कि इत्थों पंजाब के साबका मुख्यमंत्री प्रकाश सिंह बादल ते उन्हां दा परिवार लंबे समय तो जेतू चलता आ रहा है। पर जेकर असी पिछले कुछ अंकड़ों ते निगाह मारीए तो 2017 ਦੀਆਂ ਜਿਹੜੀਆਂ ਚੋਣ ਸੀ ਤੇ ਉਸ ਤੋਂ ਬਾਅਦ 2019 ਦੀ ਜਿਹੜੀ ਲੋਕ ਸਭਾ ਚੋਣ ਸੀ ਉਹਦੇ ਵਿੱਚ ਜਿਹੜਾ ਜਿੱਤ ਦਾ ਅੰਤਰ ਸੀ ਉਹ ਕਾਫੀ ਘਟ ਗਿਆ ਸੀ। ਪਰ ਇੱਥੇ ਬਾਦਲ ਪਰਿਵਾਰ ਨੂੰ ਟੱਕਰ ਦੇਣੀ ਖਾਲਾਈ ਦਾ ਬਾੜਾ ਨਹੀਂ ਹੈ। ਮੇਰੇ ਨਾਲ ਇਸ ਵਕਤ ਜਗਪਾਲ ਸਿੰਘ ਅਬੁਲ ਖੁਰਾਣਾ ਜਿਹੜੇ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਦੇ ਫਰਜ਼ੰਦ ਨੇ ਉਹ ਇਸ ਵਕਤ ਜੁੜੇ ਨੇ। ਉਹਨਾਂ ਨਾਲ ਲੰਬੀ ਹਲਕੇ ਦੀਆਂ ਕੁਝ ਗੱਲਾਂ ਕਰਦੇ ਹਾਂ ਕਿ ਲੰਬੀ ਹਲਕੇ ਦੇ ਵਿੱਚ ਕੀ ਚੁਣੌਤੀਆਂ ਨੇ, ਇੱਥੋਂ ਦੇ ਲੋਕਾਂ ਦਾ ਕੀ ਵਿਵਹਾਰ ਹੈ ਤੇ ਇੱਥੋਂ ਦੇ ਲੋਕ ਸਿਆਸਤਦਾਨਾਂ ਬਾਰੇ ਤੇ ਪਿਛਲੇ ਜਿੱਤੇ ਹੋਏ ਉਮੀਦਵਾਰਾਂ ਬਾਰੇ ਕੀ ਸੋਚਦੇ ਨੇ। जगपाल जी सत श्री अकाल। सत श्री अकाल जी, थोड़े ਸਰੋਤਿਆਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। जगपाल जी एक लंबी हल्का नॉट अ ईजी गेम ਬਿਲਕੁਲ ਜੀ। ਇਹ ਵੀ ਕਿਹਾ ਜਾਂਦਾ ਸੀਗਾ ਕਿ ਇੱਥੇ ਜੇਕਰ ਦੂਜੀ ਪਾਰਟੀਆਂ ਦੇ ਵੀ ਲੋਕ ਸੀਗੇ ਤਾਂ ਉਹਨਾਂ ਨੂੰ ਵੀ ਬੜਾ ਸੋਚ ਕੇ ਝੰਡਾ ਜਿਹੜਾ ਆਪਣੀ ਪਾਰਟੀ ਦਾ ਚੱਕਣਾ ਪੈਂਦਾ ਸੀ। ਜੇਕਰ ਅਕਾਲੀ ਦਲ ਦੇ ਖਿਲਾਫ ਝੰਡਾ ਚੱਕਣਾ ਪੈਂਦਾ ਸੀਗਾ ਤਾਂ ਕਾਂਗਰਸ ਦੇ ਵਿਅਕਤੀਆਂ ਨੂੰ ਬੜਾ ਮੁਸ਼ਕਲ ਸੀ। ਵਰਕਰ ਦਾ ਮਾਹੌਲ ਜਿਹੜਾ ਉਹ ਇੰਨੀ ਜ਼ਰੂਰਤ ਨਹੀਂ ਸੀ। ਇਹ ਕਿਉਂ ਸੀ? ਦੇਖੋ ਜੀ, ਜੇ ਥੋੜ੍ਹਾ ਜਿਹਾ ਅਸੀਂ ਪਿਛੋਕੜ ਦੇ ਵਿੱਚ ਜਾਂਦੇ ਹਾਂ ਜੀ ਤੇ ਇਸ ਸੀਟ ਦੇ ਇਤਿਹਾਸ ਦੇ ਵਿੱਚ ਜਾਂਦੇ ਹਾਂ ਤਾਂ ਇੱਕ ਸਮਾਂ ਸੀਗਾ ਜਦੋਂ ਅਬੁਲ ਖੁਰਾਣਾ ਇੱਕ ਕਾਂਗਰਸੀ ਪਿੰਡ ਹੈ ਔਰ ਇੱਥੋਂ ਦੇ ਮੇਰੇ ਫਾਦਰ ਸਾਹਿਬ ਨੇ ਰਿਪਰੈਜ਼ੈਂਟੇਸ਼ਨ ਕੀਤੀ ਸਰਦਾਰ ਗੁਰਨਾਮ ਸਿੰਘ ਅਬੁਲ ਖੁਰਾਣਾ ਨੇ ਔਰ ਉਹਨਾਂ ਨੇ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਦੇ ਵਾਸਤੇ ਲਈ ਔਰ ਕਾਂਗਰਸ ਪਾਰਟੀ ਤੇ ਲੋਕ ਸੇਵਾ ਦੇ ਵਿੱਚ ਲਈ। ਸਾਡੀ ਬਦਕਿਸਮਤੀ ਰਹੀ ਕਿ ਉਹ ਢਿੱਲੇ ਹੋ ਗਏ ਔਰ 2006 ਤੋਂ ਬਾਅਦ ਜਿਹੜਾ ਹੈ ਇਹ ਹਲਕਾ ਉਸ ਤੋਂ ਪਹਿਲਾਂ ਜਿਹੜਾ ਇਹ ਹਲਕਾ ਹੈ ਇਹ ਜਦੋਂ ਜਗਮੀਤ ਸਿੰਘ ਬਰਾੜ ਲੜੇ ਨੇ 5400 ਤੇ ਹਾਰੇ ਸੀ ਇਸ ਹਲਕੇ 'ਚੋਂ, ਸਿਰਫ 5400 ਦਾ ਫਰਕ ਸੀ। ਜਦੋਂ ਕਰਨ ਕੌਰ ਬਰਾੜ ਜੀ MP ਦਾ ਇਲੈਕਸ਼ਨ ਲੜਦੇ ਨੇ ਤੇ ਉਹ ਉਸ ਟਾਈਮ ਜਦੋਂ ਹਾਰੇ ਨੇ ਉਹ 2.25 ਲੱਖ ਤੇ ਹਾਰੇ ਸੀ ਸੁਖਬੀਰ ਸਿੰਘ ਬਾਦਲ ਤੋਂ ਜੀ ਜਦੋਂ ਫਰੀਦਕੋਟ ਪਾਰਲੀਮੈਂਟ ਹੁੰਦੀ ਸੀ। ਉਹਨੇ ਪ੍ਰੀਪੇਅਰਡ ਨਹੀਂ ਸੀ, ਟਿਕਟ ਦਿੱਤੀ ਗਈ ਸੀ ਤੇ ਉਸ ਟਾਈਮ ਵੀ ਲੰਬੀ ਹਲਕੇ ਦਾ ਜਿਹੜਾ ਫਰਕ ਹੈ ਸਿਰਫ 12000 ਦਾ ਸੀ, 12200 ਜਾਂ 400 ਦਾ ਸੀਗਾ ਫਰਕ। ਮੇਰੇ ਅੰਕੜਾ ਯਾਦ ਨਹੀਂਗਾ। ਜਦੋਂ ਸਰਦਾਰ ਮਹੇਸ਼ਿੰਦਰ ਸਿੰਘ ਬਾਦਲ ਲੜੇ ਨੇ 2007 ਦੇ ਵਿੱਚ ਆ ਕੇ ਉਦੋਂ ਵੀ ਜਿਹੜਾ ਆਂਕੜਾ ਹੈਗਾ ਉਹ 10000 ਦੇ ਕਰੀਬ ਸੀਗਾ। ਪਰ ਉਸ ਤੋਂ ਬਾਅਦ ਇਹ ਹਾਲਾਤ ਇੱਥੇ ਜਿਹੜੇ ਬਣੇ ਉਹ ਇਸ ਤਰੀਕੇ ਨਾਲ ਬਣੇ ਜਦੋਂ ਅਕਾਲੀ ਗੌਰਮੈਂਟ ਇੱਥੇ ਸਰਕਾਰ ਬਣ ਗਈ ਤਾਂ ਇਹਨਾਂ ਨੇ ਲੋਕਾਂ ਦੇ ਨਾਲ ਧੱਕੇਸ਼ਾਹੀ ਕਰਨੀ ਸ਼ੁਰੂ ਕਰਤੀ ਔਰ ਸਾਡੇ ਇਲਾਕੇ ਦੀ ਬਦਕਿਸਮਤੀ ਕਹਿ ਲਓ ਔਰ ਸਾਡੀ ਕਹਿ ਲਓ ਕਿ ਸਰਦਾਰ ਗੁਰਨਾਮ ਸਿੰਘ ਢਿੱਲੇ ਰਹੇ, ਉਹਨਾਂ ਨੇ 13 ਸਾਲ ਢਿੱਲੇ ਰਹੇ ਉਹ ਤੇ ਸਾਡੀ ਤਵੱਜੋ ਸਾਰੀ ਉਸ ਪਾਸੇ ਹੋ ਗਈ। ਲੋਕਾਂ ਨੂੰ ਅਸੀਂ ਸਾਂਭਿਆ ਵੀ ਆ, ਲੋਕਾਂ ਨਾਲ ਜੁੜੇ ਵੀ ਰਹੇ ਪਰ ਇਹਨਾਂ ਨੇ ਇਸ ਇਲਾਕੇ ਨੂੰ ਇੱਕ ਤਰੀਕੇ ਨਾਲ ਇੰਨਾ ਦਬਾ ਲਿਆ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇੱਥੇ ਇਹ ਹਾਲਾਤ ਬਣਾਤੇ ਕਿ ਇਹਨਾਂ ਨੇ 5 ਪਿੰਡਾਂ ਦੇ ਉੱਤੇ ਮਸੰਦ ਖੜੇ ਕਰਤੇ ਜੀ, ਉਹਨਾਂ ਨੂੰ ਹਲਕਿਆਂ ਦਾ ਇੰਚਾਰਜ ਬਣਾਤਾ ਔਰ ਜਿਹੜੀ ਸਾਡੀ 1947 ਦੇ ਵਿੱਚ ਆਜ਼ਾਦੀ ਮਿਲੀ ਸੀ ਉਸ ਆਜ਼ਾਦੀ ਨੂੰ ਭੁਲਾ ਕੇ ਜਿੱਥੇ ਸ਼ਹੀਦ ਭਗਤ ਸਿੰਘ ਵਰਗਿਆਂ ਨੇ ਔਰ ਕੁਰਬਾਨੀਆਂ ਦਿੱਤੀਆਂ ਔਰ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਇਹ ਆਜ਼ਾਦੀ ਮਿਲੀ ਸੀ ਜਿਸ ਵਾਸਤੇ ਹਰ ਨਾਗਰਿਕ ਦੇਸ਼ ਦਾ ਲੜਿਆ।
ਇਹ ਜਦੋਂ ਇਹ ਟਾਈਮ ਆਇਆ ਇਹਨਾਂ ਦਾ 2007 ਦਾ, ਇਹਨਾਂ ਨੇ ਲੰਬੀ ਹਲਕੇ ਨੂੰ ਗੁਲਾਮੀ ਫਿਰ ਦੁਬਾਰਾ ਦਿਖਾਤੀ। ਜੀ ਉਸ ਦੇ ਵਿੱਚ ਸਿਸਟਮ ਇਹਨਾਂ ਦਾ ਬੜਾ ਸੈੱਟ ਕੀਤਾ ਹੋਇਆ ਸੀਗਾ। ਇਹਨਾਂ ਨੇ ਜਿਹੜੇ 5 ਪਿੰਡ, ਕਿਸੇ ਨੂੰ 7 ਪਿੰਡ ਦਿੱਤੇ ਹੋਏ ਸੀ। ਮਾਝਾ ਵਾਲੇ ਪਾਸੇ ਦਿਆਲ ਸਿੰਘ ਕੋਲਿਆਂ ਵਾਲਾ ਸੀਗਾ, ਚਲੋ ਉਹਨਾਂ ਪਰਮਾਤਮਾ ਨਹੀਂ ਰਹੇ ਹੁਣ ਉਹ। ਤੇ ਉਦੋਂ ਅੱਗੇ ਜਿੰਨੇ ਵੀ ਬੰਦੇ ਸੀ ਔਰ ਉਹਨਾਂ ਦੀ ਜਿਹੜੀ ਕਰਨੀ ਔਰ ਕਥਨੀ ਸੀ ਜੀ ਉਹ ਇਸ ਤਰੀਕੇ ਨਾਲ ਸੀ ਕਿ ਇੱਕ ਤਾਂ ਲੋਕਾਂ ਨਾਲ ਜਿਹੜਾ ਵਿਹਾਰ ਸੀ ਉਹ ਬਹੁਤ ਮਾੜਾ ਸੀ, ਔਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਕਿ ਜਿਹੜੇ ਆਮ ਆਰਾ ਜ਼ਿੰਦਗੀ ਦੇ ਕੰਮ ਨੇ, ਜਿਹੜੇ ਸਰਕਾਰਾਂ ਨੇ ਕੀਤੇ ਨੇ, ਸਰਕਾਰਾਂ ਦਿੰਦੀਆਂ ਨੇ, ਕੋਈ ਸਰਟੀਫਿਕੇਟ ਲੈਣਾ ਹੈ, ਕੋਈ ਕੰਪਨਸੇਸ਼ਨ ਆਉਣੀ ਹੈ, ਜਾਂ ਕੋਈ ਤੁਸੀਂ ਸਰਕਾਰੀ ਦਰਬਾਰੇ ਜਾ ਕੇ ਆਪਦੇ ਛੋਟੇ ਛੋਟੇ ਕੰਮ ਕਰਾਉਣਾ ਹੈ, ਕੋਈ ਰਾਸ਼ਨ ਕਾਰਡ ਦਾ ਕੰਮ ਕਰਾਉਣਾ ਹੈ, ਕੋਈ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ, ਇਹਨਾਂ ਨੇ ਉਹਨਾਂ ਚੀਜ਼ਾਂ ਦੇ ਉੱਤੇ ਇੰਨਾ ਕੰਟਰੋਲ ਕਰ ਲਿਆ ਸੀ। ਜੀ ਔਰ ਹਰ ਛੋਟੇ ਤੋਂ ਛੋਟੇ ਕੰਮ ਵਾਸਤੇ ਵੀ ਇਹ ਆਪਦੇ ਲੱਤ ਥੱਲੋਂ ਦੀ ਟਪਾਉਂਦੇ ਸੀ, ਇਹਨਾਂ ਦੇ ਜਿਹੜੇ ਮਸੰਦ ਛੱਡੇ ਹੋਏ ਸੀ। ਜੀ ਔਰ ਉਸ ਨਾਲ ਇਸ ਇਲਾਕੇ ਨੂੰ ਬੜਾ ਸੈਟਬੈਕ ਲੱਗਿਆ। ਲੋਕਾਂ ਦਾ ਫਿਰ ਇਹ ਜਿਹੜਾ ਮਾਰਜਨ ਹੈ ਇਹ ਵੱਧਦਾ ਤੁਰਿਆ ਗਿਆ। ਜੀ ਇਹ ਮਾਰਜਨ ਜਿਹੜਾ 10,000 ਤੋਂ ਚੱਲਿਆ ਸੀ, ਜਿੰਨੇ ਇਲੈਕਸ਼ਨ ਆਉਂਦੇ ਗਏ, ਇਹ ਇਲੈਕਸ਼ਨ ਹਰ ਇਲੈਕਸ਼ਨ 5-7 ਹਜ਼ਾਰ ਵੱਧਦਾ ਗਿਆ। ਅਕਾਲੀ ਦਲ ਜਿੱਤਦਾ ਗਿਆ। ਔਰ ਇਹ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਪਾਰਲੀਮੈਂਟ ਦਾ ਇਲੈਕਸ਼ਨ ਲੜਦੇ ਨੇ ਜੀ, ਉਦੋਂ ਵਿੱਚ 34,000 ਤੇ ਜਾ ਕੇ ਗੱਲ ਖੜੀ ਜੀ। ਵੀ ਬਹੁਤ ਜ਼ਿਆਦਾ ਸਟ੍ਰੈਚ ਕਰ ਮਾਰਜਨ ਵੱਧ ਗਿਆ ਜੀ। ਔਰ ਜਿਹੜੇ ਫਿਰ ਉਦੋਂ ਵਰਕਰ ਸੀ, ਜਿਹੜੇ ਦਾ ਮਰਜੀਵੜੇ ਸੀ ਕਾਂਗਰਸ ਦੇ, ਮੈਂ ਕਹਿੰਦਾ ਕਿ ਮੈਂ ਅੱਜ ਵੀ ਉਹਨਾਂ ਅੱਗੇ ਸਿਰ ਨਿਵਾਉਣਾ ਹੈ। ਜਿਹੜੇ ਗਰੀਬ ਪਰਿਵਾਰ ਸੀ ਉਹਨਾਂ ਨੇ ਕੋਈ ਇਹਨਾਂ ਤੋਂ, ਕਿਉਂਕਿ ਜੋ ਵੀ ਚੀਜ਼ ਦਿੰਦੇ ਸੀ ਇਹ ਪੂਰਾ ਅਗਲੇ ਨੂੰ ਐਨ ਜਮਾਂ ਨਾਲ ਜੋੜ ਕੇ ਫੇਰ ਦਿੰਦੇ ਸੀ, ਨਹੀਂ ਤਾਂ ਉਹਦਾ ਹੱਕ ਵੀ ਨਹੀਂ ਦਿੰਦੇ ਸੀ। ਲੋਕਾਂ ਨੂੰ ਕਮਰੇ ਮਿਲ ਗਏ, ਕੋਠੇ ਮਿਲ ਗਏ। ਜਿਹੜੇ ਗਰੀਬ ਪਰਿਵਾਰ ਨੇ, ਦਬੇ ਕੁਚਲੇ ਪਰਿਵਾਰ ਨੇ, ਜਿਨ੍ਹਾਂ ਦਾ ਕੋਈ ਹੈ ਨਹੀਂ ਸੀ, ਉਹਨਾਂ ਦੇ ਕੋਠੇ ਢਹਿ ਗਏ, ਪਰ ਉਹਨਾਂ ਨੇ ਇਹਨਾਂ ਦੇ ਅੱਗੇ ਨਿਓਏ ਨਹੀਂ, ਇਹਨਾਂ ਦੇ ਅੱਗੇ ਮੱਥਾ ਨਹੀਂ ਟੇਕਿਆ ਇਹਨਾਂ ਨੂੰ, ਮਤਲਬ ਇਹਨਾਂ ਦੇ ਥੱਲੇ ਨਹੀਂ ਆਏ, ਕਾਂਗਰਸ ਨਾਲ ਜੁੜੇ ਰਹੇ। ਔਰ ਸ਼ਾਇਦ ਇੱਕ ਉਹੀ ਕਾਰਨ ਹੈ ਕਿ ਅੱਜ ਅਸੀਂ ਜਿਹੜਾ ਇੱਥੇ ਖੜੇ ਹਾਂ ਔਰ ਇਸ ਪਾਰਟੀ ਵਾਸਤੇ ਖੜੇ ਹਾਂ ਔਰ ਲੜ ਰਹੇ ਹਾਂ, ਸ਼ਾਇਦ ਉਹਨਾਂ ਤੋਂ ਹੀ ਅਸੀਂ ਪ੍ਰੇਰਨਾ ਲੈਂਦੇ ਹਾਂ ਵੀ ਜੇ ਉਹ ਖੜ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਖੜ ਕੇ ਪਾਰਟੀ ਦੀ ਸੇਵਾ ਕਰ ਸਕਦੇ। ਔਰ ਮੈਨੂੰ ਮਾਣ ਹੈ ਕਿ ਸਾਡੇ ਪਰਿਵਾਰ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਾਂਗਰਸ ਪਾਰਟੀ ਦੇ ਨਾਲ ਜੁੜੇ ਹਾਂ ਔਰ ਕਾਂਗਰਸ ਪਾਰਟੀ ਦੇ ਨਾਲ ਮਾੜੇ ਸਮਿਆਂ ਦੇ ਵਿੱਚ ਵੀ ਖੜੇ ਹਾਂ ਅਸੀਂ। ਅੱਛਾ ਜਗਪਾਲ ਜੀ, ਇੱਕ ਚੀਜ਼ ਦੱਸੋ ਦੀ ਇੱਥੋਂ ਦੀ ਜੇਕਰ ਸਥਿਤੀ ਗਿਣੀਏ, 2 ਜੈਲਾਂ ਨੇ, ਲੰਬੀ ਜੈਲ ਤੇ ਸਰਾਵਾਂ ਜੈਲ। ਲੰਬੀ ਨੂੰ ਤਾਂ ਮੰਨਿਆ ਜਾਂਦਾ ਕਿ ਮਲਵਈਆਂ ਦਾ ਗੜ੍ਹ ਹੈ, ਤੇ ਸਰਾਵਾਂ ਜਿਹੜੇ ਸਾਡੇ ਵੀਰ ਪਾਕਿਸਤਾਨ ਤੋਂ ਆਏ ਨੇ ਇੱਥੇ, ਖਾਸ ਕਰਕੇ ਅਸੀਂ ਮਝੈਲ ਕਹਿ ਦਿੰਦੇ ਉਹਨਾਂ ਨੂੰ, ਉਹਨਾਂ ਦੀ ਜੈਲ ਹੈ। ਦੋਹਾਂ ਦਾ ਜਿਹੜਾ ਬਿਹੇਵੀਅਰ ਹੈ ਜਾਂ ਕਰੈਕਟਰ ਹੈ ਉਹ ਕਿਸ ਤਰ੍ਹਾਂ ਹੈ ਇਹਨਾਂ ਦਾ? ਦੇਖੋ, ਜਿਹੜੇ ਮਾਝੇ ਦੇ ਲੋਕ ਨੇ ਜੀ, ਮਾਝੇ ਦੀ ਜਿਹੜੀ ਜੈਲ ਹੈ ਉਹਦੇ ਵਿੱਚ ਸਾਡੇ ਪਰਿਵਾਰ ਦਾ ਬੜਾ ਪੁਰਾਣਾ ਪਿਆਰ ਰਿਹਾ। ਸਰਦਾਰ ਗੁਰਨਾਮ ਸਿੰਘ ਮੇਰੇ ਪਿਤਾ ਜੀ ਦਾ, ਉਹਨਾਂ ਬਹੁਤ ਪਿਆਰ ਸੀ ਲੋਕਾਂ ਦੇ ਨਾਲ। ਔਰ ਜਿਹੜੀ 92 ਤੋਂ 97 ਦੀ ਸਰਕਾਰ ਆਈ ਉਹਦੇ 'ਚ ਅਸੀਂ ਕੋਈ ਕਸਰ ਨਹੀਂ ਛੱਡੀ ਉਸ ਏਰੀਆ 'ਚ ਡਿਵੈਲਪਮੈਂਟ ਕਰਾਉਣ ਦੀ, ਕੋਈ ਸੜਕਾਂ ਦੀ, ਕੀ ਦੂਸਰਾ ਕੀ, ਸਾਰੇ ਕੰਮ, ਸਕੂਲ ਅਪਗ੍ਰੇਡ ਕਰਾਏ, ਸਾਰਾ ਕੁਝ ਕਰਾਇਆ ਉਹਦੇ ਉਸ ਟਾਈਮ ਦੇ ਵਿੱਚ। ਮੈਂ ਜਿਹੜੀ ਮਾਝੇ ਵਾਲੇ ਲੋਕ ਨੇ, ਮੈਂ ਹਮੇਸ਼ਾ ਉਹਨਾਂ ਦੀ ਇੱਕ ਤਾਰੀਫ ਕਰਦਾ ਇਸ ਗੱਲ ਦੀ। ਔਰ ਮੈਂ ਮਤਲਬ ਮੇਰੇ ਫਾਦਰ ਮੈਨੂੰ ਇਹ ਗੱਲ ਕਹਿੰਦੇ ਹੁੰਦੇ ਸੀਗੇ ਜੀ ਕਿ ਇਹ, ਮੈਂ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹਿਣੀ, ਵੋਟ ਤਾਂ ਇਹਨਾਂ ਨੇ ਤਕੜੀ ਨੂੰ ਹੀ ਪਾਉਣੀ ਹੈ ਤੇ ਤੁਹਾਡਾ ਪਿਆਰ ਵੀ ਇਹਨਾਂ ਨਾਲ ਹੈ, ਤੇ ਵੋਟ ਕਿਉਂ ਨਹੀਂ ਕਾਂਗਰਸ ਨੂੰ ਨਿਕਲਦੀ ਜੀ। ਉਹਨਾਂ ਨੇ ਮੈਨੂੰ ਫਿਰ ਇਹ ਗੱਲ ਬੜੇ ਤਰੀਕੇ ਨਾਲ ਸਮਝਾਈ। ਉਹ ਕਹਿੰਦੇ ਕਾਕਾ, ਗੱਲ ਇਹ ਹੈ ਵੀ ਇਹ ਜਿਹੜੇ ਲੋਕ ਨੇ ਇਹ ਇੱਕ ਤਰੀਕੇ ਨਾਲ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ ਉੱਥੋਂ ਉੱਜੜ ਕੇ ਆਏ ਸੀ ਜੀ। ਔਰ ਇਹਨਾਂ ਨੇ ਇੱਥੇ ਆ ਕੇ ਆਪਦੇ ਪੈਰ ਲਾਏ। ਇੱਥੇ ਪਾਣੀ ਵੀ ਨਹੀਂ ਸੀ, ਕੁਛ ਨਹੀਂ ਸੀ, ਟਿੱਬੇ ਹੁੰਦੇ ਸੀਗੇ। ਔਰ ਇਹਨਾਂ ਨੇ ਆਪਦੀ ਇੱਕ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ। ਤੇ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ ਕਿ ਜਦੋਂ ਵੀ ਕਿਤੇ ਜ਼ਿੰਦਗੀ ਦੇ ਵਿੱਚ ਕਿਸੇ ਤੇ ਔਖਾਈ ਆਉਂਦੀ ਹੈ, ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਹੈ, ਉਹ ਪਰਮਾਤਮਾ ਦੀ, ਸੱਚੇ ਪਾਤਸ਼ਾਹ ਦੀ, ਵਾਹਿਗੁਰੂ ਦੀ ਓਟ ਲੈਂਦਾ ਹੈ, ਆਪਦੇ ਧਰਮ ਨੂੰ ਕਰਦਾ ਹੈ ਔਰ ਪਰਮਾਤਮਾ ਨੂੰ ਯਾਦ ਕਰਦਾ ਹੈ। ਕਿਉਂਕਿ ਉਸ ਜਿਹੜੀ ਇਸ ਹਾਲਾਤਾਂ ਦੇ ਵਿੱਚ ਜਿਹੜੀ ਉਮੀਦ ਤੇ ਆਸ ਹੁੰਦੀ ਹੈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਕੋਲ ਹੁੰਦੀ ਹੈ। ਔਰ ਉਸ ਆਸ ਦੇ ਨਾਲ ਉਹਨਾਂ ਨੇ ਉਹ ਆਪਦੇ ਆਪ ਨੂੰ ਖੜਾ ਕੀਤਾ ਦੁਬਾਰਾ ਜੀ। ਔਰ ਅੱਜ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਉਸ ਏਰੀਆ ਦੇ ਜਿਹੜੇ ਬੱਚੇ ਨੇ DGP ਲੈਵਲ ਤੱਕ, IAS IPS ਖੇਡਾਂ ਦੇ ਵਿੱਚ, ਸਰਾਵਾਂ ਪਿੰਡ ਦੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਪੁਲਿਸ ਅੱਧੀ ਭਰੀ ਹੈ। ਉੱਥੇ ਸਪੋਰਟਸਮੈਨ ਵੀ ਬੜੇ ਨਿਕਲੇ ਨੇ ਜੀ। ਔਰ ਉਹਨਾਂ ਨੇ ਮਿਹਨਤਾਂ ਕੀਤੀਆਂ ਜੀ। ਤੇ ਪੰਥ ਨੂੰ ਵੋਟ ਕਿਉਂ ਪਾਉਂਦੇ ਸੀ? ਜਦੋਂ ਦੇਖੋ ਅਕਾਲੀ ਦਲ ਕਿਸੇ ਸਮੇਂ ਦੇ ਵਿੱਚ ਪੰਥ ਦੀ ਪਾਰਟੀ ਗਿਣੀ ਜਾਂਦੀ ਸੀ ਤੇ ਉਹਨਾਂ ਦਾ ਜਿਹੜਾ ਹੱਥ ਹੈ, ਉਸ ਜਿਹੜੇ ਬਜ਼ੁਰਗ ਸੀ ਪੁਰਾਣੇ, ਉਹਨਾਂ ਦਾ ਤਕੜੀ ਕਰਨੀ ਹੱਥ ਇਸ ਕਰਕੇ ਜਾਂਦਾ ਸੀ ਜ਼ਿਆਦਾ ਕਿ ਉਹ ਸਮਝਦੇ ਸੀ ਇਹ ਸੱਚੇ ਪਾਤਸ਼ਾਹ ਨੇ ਸਾਨੂੰ ਦੁਬਾਰਾ ਵਸਾਇਆ ਤੇ ਇਹ ਉਹਦੀ ਪਾਰਟੀ ਹੈ ਜੀ, ਇਹਦੇ ਨਾਲ ਜੁੜੀ ਹੋਈ ਪਾਰਟੀ ਹੈ। ਪਰਮਾਤਮਾ ਦੇ, ਸੱਚੇ ਪਾਤਸ਼ਾਹ ਦੇ ਜਿਹੜਾ ਮਤਲਬ ਹੈਗਾ ਪੋਲੀਟੀਕਲੀ ਵਿੰਗ ਹੈ ਉਹਦਾ, ਪਾਰਟੀ ਦਾ, ਜਿਹੜਾ ਸਿੱਖ ਰਿਲੀਜਨ ਦਾ, ਤੇ ਉਸ ਕਰਕੇ ਜਿਹੜੀ ਵੋਟ ਹੈ ਇਹ ਉਹਨਾਂ ਨੂੰ ਪੈਂਦੀ ਸੀ।
ਆਹਿਸਤਾ ਆਹਿਸਤਾ ਫਿਰ ਸਮਾਂ ਆਇਆ ਜਦੋਂ ਇੱਥੇ ਅਤਵਾਦ ਦਾ ਸਮਾਂ ਆਇਆ। ਜੀ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਆਪਦਾ ਜੇਲ੍ਹਾਂ ਦੇ ਵਿੱਚ ਚਲੇ ਗਏ ਔਰ ਇੱਥੋਂ ਪਾਸੇ ਹੋ ਗਏ। ਉਹ ਮੈਨੇਜ ਕੀਤੀਆਂ, ਕਿਵੇਂ ਕੀਤੀਆਂ ਹਾਲਾਤਾਂ ਨੂੰ, ਮਤਲਬ ਸਿਚੁਏਸ਼ਨ ਤੋਂ ਪਾਸੇ ਹੋ ਗਏ। ਅਤੇ ਜਿੱਥੇ ਉਹਨਾਂ ਦੇ ਬੱਚੇ ਸੀ, ਸੁਖਬੀਰ ਸਿੰਘ ਬਾਦਲ ਹੋਏ ਜਾਂ ਦੂਸਰੇ ਹੋਏ, ਸਾਰੇ ਜਿੰਨੇ ਸੀ ਇਹ ਸਾਰੇ ਬਾਹਰ ਪੜ੍ਹਦੇ ਸੀ, ਅਮਰੀਕਾ 'ਚ ਸੀ, ਕੋਈ ਕੈਨੇਡਾ ਸੀ, ਸਾਰੀ ਜਗ੍ਹਾ 'ਤੇ ਸੀ। ਔਰ ਅਸੀਂ ਵੀ ਪੜ੍ਹਦੇ ਸੀਗੇ, ਅਸੀਂ ਵੀ ਐਜੂਕੇਸ਼ਨ ਆਪਦੀ ਮੈਂ ਚੰਡੀਗੜ੍ਹ ਕਰ ਰਿਹਾ ਸੀ ਉਦੋਂ, ਆਉਣਾ ਜਾਣਾ ਲੱਗਿਆ ਰਹਿੰਦਾ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੇਰੇ ਪਿਤਾ ਜੀ ਨੇ ਇਹ ਇਲਾਕਾ ਨਹੀਂ ਛੱਡਿਆ ਅਤੇ ਚਿੱਟਾ ਕੁੜਤਾ ਪਜਾਮਾ ਨਹੀਂ ਛੱਡਿਆ ਜੀ। ਉਹਨਾਂ ਨੇ ਇੱਥੇ ਰਹਿ ਕੇ ਸੇਵਾ ਕੀਤੀ। ਜਦੋਂ ਟੈਲੀਫੋਨ ਨਹੀਂ ਹੁੰਦੇ ਸੀ, ਮਾਝੇ ਦੀ ਜੈਲ ਹੋਣ ਕਰਕੇ ਇਹਨਾਂ ਦਾ ਕਿਤੇ ਨਾ ਕਿਤੇ ਉਸ ਪਾਸੇ ਕੋਈ ਨਾ ਕੋਈ ਰਿਸ਼ਤੇਦਾਰੀਆਂ ਹੁੰਦੀਆਂ ਸੀ, ਕੋਈ ਅੰਮ੍ਰਿਤਸਰ, ਕੋਈ ਤਰਨ ਤਾਰਨ, ਕੋਈ ਉੱਧਰੋਂ। ਹਾਲਾਤ ਖਰਾਬ ਸੀ, ਕੋਈ ਰਾਤ ਕੱਟ ਗਿਆ, ਕੋਈ ਕਿਤੇ ਰਹਿ ਗਿਆ, ਕੋਈ ਰੋਟੀ ਖਾ ਗਿਆ, ਕਿਤੇ ਕੋਈ ਦਬਾਅ 'ਚ ਕੁਛ ਕਰ ਗਿਆ। ਤੇ ਇੱਥੇ ਪੁਲਿਸ ਦਾ ਫਰਜ਼ ਪੁਲਿਸ ਦਾ ਹੁੰਦਾ। ਪੁਲਿਸ ਨੂੰ ਜਦੋਂ ਕਿਤੇ ਇਨਫੋਰਮੇਸ਼ਨ ਆਉਣੀ ਜਾਂ ਫੜੇ ਜਾਣੇ, ਉਹ ਬੰਦੇ ਫੜੇ ਜਾਣੇ, ਉਹਨਾਂ ਦੀ ਜਦੋਂ ਅੱਗੇ ਟਰੇਸ ਕਰਨਾ ਉਹਨਾਂ ਨੇ ਗੱਲਾਂ ਨੂੰ ਵੀ ਕਿੱਥੇ ਗਏ ਸੀ, ਕੀ ਕੀਤਾ ਸੀ, ਤਾਂ ਉਹ ਇੱਥੇ ਵੀ ਆ ਕੇ ਹੱਥ ਪੈ ਜਾਂਦਾ ਸੀ। ਉਦੋਂ ਸਿਰਫ ਇੱਕ ਬੰਦਾ ਦਾ ਪੁਲਿਸ ਨਾਲ ਜਾਂਦਾ ਸੀ ਤੇ ਦੂਜਾ ਔਲਖਰਾਣੇ ਨੂੰ ਆਉਂਦਾ ਸੀ ਜੀ ਬਈ ਸਰਦਾਰ ਜੀ ਉੱਥੇ ਬੈਠੇ ਨੇ, ਉਹਨਾਂ ਨੂੰ ਨਾਲ ਲਿਖ ਗਏ ਤੇ ਉਹੀ ਸਾਡੀ ਜਾ ਕੇ ਜ਼ਿੰਮੇਵਾਰੀ ਦੇਣਗੇ। ਔਰ ਮੈਂ ਸਮਝਦਾ ਕਿ ਉਸ ਟਾਈਮ ਦੇ ਵਿੱਚ ਜਿਹੜੇ ਪੁਲਿਸ ਆਫੀਸਰ ਸੀ, SSP ਸੀ ਜਾਂ ਦੂਸਰੇ ਸੀਗੇ, ਇੱਕ ਸਰਦਾਰ ਜੀ ਦਾ ਕੱਦ ਸੀਗਾ, ਔਲਖਰਾਣਾ ਸਾਹਿਬ ਦਾ ਇੱਕ ਕੱਦ ਸੀਗਾ, ਇੱਕ ਉਹਨਾਂ ਦੀ ਜਗ੍ਹਾ ਸੀ, ਇੱਕ ਉਹਨਾਂ ਦਾ ਲੋਕਾਂ ਦੇ ਵਿੱਚ ਪਤਾ ਸੀ ਤੇ ਅਫਸਰਾਂ ਦਾ ਸਹਿਚਾਰ ਸੀਗਾ। ਉਹਨਾਂ ਨੇ ਜ਼ਿੰਮੇਵਾਰੀ ਦੇਣੀ, ਕਹਿਣਾ ਭਾਈ ਇਹ ਬੰਦੇ ਹੈ ਨਹੀਂ, ਪੁੱਛ ਵੀ ਲੈਣਾ ਬਈ ਜੇ ਕੀਤਾ ਤਾਂ ਵੀ ਦੱਸ ਦਿਓ, ਆਪਾਂ ਉਹ ਵੀ ਬਖਸ਼ਾ ਲਾਂਗੇ, ਕੋਸ਼ਿਸ਼ ਕਰਾਂਗੇ, ਗਲਤ ਰਸਤੇ ਨਹੀਂ ਜਾਣ ਦੇਣਾ। ਗਲਤ ਰਾਹ ਭੁੱਲ ਜਾਂਦਾ ਕਿਤੇ ਤੇ ਉਹ ਵੀ ਆਪਾਂ ਕਰਾ ਲਾਂਗੇ। ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਜਿਹੜੇ ਬੱਚੇ ਨੇ ਛੁਡਾ ਕੇ ਲਿਆਉਣੇ। ਗਲਤ ਫਹਿਮੀ ਦੇ ਸ਼ਿਕਾਰ ਦੇ ਵਿੱਚ ਨੁਕਸਾਨ ਹੋ ਸਕਦਾ ਸੀਗਾ। ਇੱਕ ਨੁਕਸਾਨ ਹੋ ਜਾਓ, ਜਿਹੜੀ ਅੱਗ ਲੱਗਦੀ ਹੈ ਉਹ ਅੱਗ ਵੱਧਦੀ ਤੁਰੀ ਜਾਂਦੀ ਹੈ। ਤੇ ਮੈਂ ਸਮਝਦਾ ਹੁਣ ਕੀ ਸਥਿਤੀ ਲੱਗਦੀ ਹੈ ਤੁਹਾਨੂੰ? ਹੁਣ ਇਸ ਵੇਲੇ ਲੋਕ ਕਾਂਗਰਸ ਦੇ ਨਾਲ ਨੇ। ਜਿਹੜਾ ਧਰਮ ਦਾ ਕੰਮ ਸੀ ਅਕਾਲੀ ਪਾਰਟੀ ਦਾ, ਉਹ ਸਾਰਿਆਂ ਨੂੰ ਪਤਾ ਲੱਗ ਚੁੱਕਿਆ, ਉਹ ਗੱਲ ਖਤਮ ਹੋ ਚੁੱਕੀ ਹੈ। ਹੁਣ ਤਾਂ ਇਹ ਧਰਮ ਦੇ ਨਾਲ ਇਹਦਾ ਨਾਤਾ ਰਿਹਾ ਹੀ ਨਹੀਂਗਾ। ਹੁਣ ਤਾਂ ਇੱਕ ਇਹ ਆਪਦੀ ਪਾਵਰ ਹੰਗਰੀ ਪਾਰਟੀ ਹੈ। ਪਾਵਰ ਦੇ ਵਾਸਤੇ ਕੋਈ ਵੀ ਕੰਪਰੋਮਾਈਜ਼ ਹੋ ਸਕਦੇ ਨੇ, ਇਹ ਉਸ ਵਾਸਤੇ ਕੁਝ ਵੀ ਕਰ ਸਕਦੇ ਨੇ। ਸੋ ਹੁਣ ਉਹ ਲੋਕ ਵੀ ਸਮਝ ਗਏ ਨੇ, ਉਹ ਜਨਰੇਸ਼ਨਾਂ ਜਿਹੜੀਆਂ ਨਵੀਆਂ ਨੇ, ਪੜ੍ਹੀਆਂ ਲਿਖੀਆਂ ਨੇ। ਅੱਜ ਕੱਲ੍ਹ ਜਿਹੜਾ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ, ਮੋਬਾਈਲ ਦੇ ਉੱਤੇ ਸਾਰਿਆਂ 'ਤੇ ਸਭ ਨੂੰ ਪਤਾ ਵੀ ਕੀ ਹਾਲਾਤ ਨੇ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਲੜੇ ਇਲੈਕਸ਼ਨ ਇੱਥੋਂ ਜੀ, ਉਸ ਟਾਈਮ ਦੇ ਵਿੱਚ ਅੱਗੇ ਕੀ ਹੁੰਦਾ ਸੀ ਸਿਸਟਮ ਕਿ ਜਿਹੜੀ ਸਾਡੀ ਜੈਲ ਹੈ, ਇਹ ਆਪਣਾ ਮਾਲਵਾ ਜੈਲ ਹੈ, ਲੰਬੀ ਜੈਲ ਹੈ ਜਿਹੜੀ, ਇਹਦੇ 'ਚ ਅਸੀਂ ਬਰਾਬਰ ਹੁੰਦੇ ਸੀ ਜੀ। ਕੋਈ 2-4 ਹਜ਼ਾਰ ਦਾ ਫਰਕ ਰਹਿੰਦਾ ਸੀ, ਇੰਨਾ ਕੁ ਹੁੰਦਾ ਸੀ ਪਿੰਡਾਂ ਦੇ ਵਿੱਚ। ਤੇ ਜਦੋਂ ਅਸੀਂ ਮਾਝਾ ਜੈਲ 'ਚ ਚਲੇ ਜਾਂਦੇ ਤਾਂ ਅਕਾਲੀ ਦਲ 15,000 20,000 ਐਂ ਮਤਲਬ ਵੱਧਦਾ ਤੁਰਿਆ ਜਾਂਦਾ। ਇੰਨੀ ਲੀਡ ਹੋ ਜਾਂਦੀ ਸੀ, ਕੋਈ 10,000 ਹੋ ਗਈ, 12,000 ਹੋ ਗਈ, 8,000 ਹੋ ਗਈ, ਉੱਥੇ ਨਿਕਲਦੀ ਸੀ ਲੀਡ ਸਾਰੀ, ਜਦੋਂ ਵੀ ਨਿਕਲਦੀ ਸੀ। ਪਰ ਇਹ ਜਿਹੜਾ ਇਲੈਕਸ਼ਨ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਵਾਲਾ, ਜਿਹੜਾ 2017 ਵਾਲਾ, 17 ਦੇ ਵਿੱਚ MLA ਦਾ ਜੀ, ਉਹਦੇ ਵਿੱਚ ਸਿਰਫ ਜਿਹੜਾ ਫਰਕ ਹੈ ਉਸ ਜੈਲ ਦਾ 1500 ਦਾ ਰਹਿ ਗਿਆ ਸੀ। ਠੀਕ ਹੈ ਜੀ। ਔਰ ਜਿਹੜਾ ਮਾਝੇ ਵਾਲੀ ਸਾਡੀ ਲੰਬੀ ਜੈਲ ਸੀ, ਇਹਦੇ 'ਚੋਂ ਸਾਨੂੰ ਉਸ ਵੇਲੇ 20,000 ਦਾ 21,000 ਦਾ ਨੁਕਸਾਨ ਹੋ ਗਿਆ। ਉਲਟਾ ਕੰਮ ਹੋ ਗਿਆ ਜੀ। ਔਰ ਸ਼ਾਇਦ ਆਮ ਆਦਮੀ ਪਾਰਟੀ ਦਾ ਵੀ ਵਿੱਚ ਰੋਲ ਹੋ ਸਕਦਾ ਇਹਦੇ 'ਚ। ਆਮ ਆਦਮੀ ਦਾ ਨਹੀਂ ਸੀ ਜ਼ਿਆਦਾ ਜੀ। ਆਮ ਆਦਮੀ ਦਾ ਵੀ ਤੁਸੀਂ ਕਹਿ ਸਕਦੇ ਹੋ ਕੁਝ ਹੱਦ ਤੱਕ ਹੋ ਸਕਦਾ। ਔਰ ਕੁਝ ਇਹ ਸੀਗਾ ਵੀ ਇਸ ਪਾਸੇ ਜਿਹੜਾ ਹੈਗਾ ਕਈ ਕੁਝ ਚੱਲਦਾ ਹੈ ਔਰ ਉਹਦਾ ਕੋਈ ਪ੍ਰਭਾਵ ਵੀ ਪਿਆ। ਤੇ ਉਸ ਤਰੀਕੇ ਨਾਲ ਮਤਲਬ ਇਹ ਜਿਹੜੀ ਹੈ ਗੱਲ ਲੋਕਾਂ ਦੀ ਬਾਂਹ ਫੜਨੀ ਪੈਂਦੀ ਹੈ ਜੀ ਰਾਜਨੀਤੀ 'ਚ ਰਹਿ ਕੇ। ਬਸ ਇੱਕ ਚੀਜ਼ ਇੱਥੇ ਵੇਖਣ ਵਾਲੀ ਗੱਲ ਹੈ ਕਿ ਸੇਮ ਜਿਹੜਾ ਸੇਮ ਇੱਕ ਬੜਾ ਵੱਡਾ ਮੁੱਦਾ, ਉਹਦੇ ਵਿੱਚ ਜਿਹੜੇ ਰਾਜਦੇ ਪੁੱਜਦੇ ਘਰ ਜਿਹੜੇ ਹੈਗੇ ਨੇ ਉਹਨਾਂ ਦਾ ਵੀ ਲੱਕ ਤੋੜ ਕੇ ਰੱਖ ਦਿੱਤਾ। ਗਰੀਬਾਂ ਦੇ ਤਾਂ ਕੋਠੇ ਢਹਿਣੇ ਸੀ, ਉਹਦਾ ਕਿੰਨਾ ਕੁ ਅਸਰ ਜਿਹੜਾ ਵੋਟਾਂ ਦੇ ਉੱਤੇ ਨਜ਼ਰ ਆਇਆ? ਉਹ ਬਹੁਤ ਵੱਡਾ ਅਸਰ ਪਿਆ ਜੀ ਉਸ ਗੱਲ ਦਾ। ਦੇਖੋ ਲੀਡਰ ਕੌਣ ਹੁੰਦਾ ਜੀ? ਲੀਡਰ ਜਿਹੜਾ ਚੁਣਿਆ ਜਾਂਦਾ, ਲੋਕ ਲੀਡਰ ਬਣਾਉਂਦੇ ਨੇ ਜੀ। ਜਦੋਂ ਤੁਸੀਂ ਲੀਡਰ ਬਣ ਗਏ, ਤੁਸੀਂ ਅਫਸਰਾਂ ਨਾਲ ਬਹਿੰਦੇ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਸਾਰੀ ਚੀਜ਼ ਦੀ ਸਮਝ ਹੈਗੀ ਹੈ। ਜੇ ਅੱਜ ਮੇਰੇ ਨਾਲ ਮੇਰਾ ਸਪੋਰਟਰ ਹੈ, ਮੈਨੂੰ ਪਤਾ ਵੀ ਐਸ ਸਪੋਰਟਰ ਨੂੰ ਜੇ ਮੈਂ ਇਸ ਪਾਸੇ ਇਹਦੀ ਗੱਲ ਸੁਣ ਲਈ ਤਾਂ ਇਹਦੇ ਅੱਗੇ ਕੱਲ੍ਹ ਨੂੰ ਟੋਹ ਹੈ। ਬਿਲਕੁਲ। ਤੇ ਜੇ ਮੈਂ ਇਹਦੀ ਗੱਲ ਨਾ ਸੁਣੀ ਤਾਂ ਕੱਲ੍ਹ ਨੂੰ ਇਹਦੇ ਸਾਹਮਣੇ ਸੜਕ ਹੋਊਗੀ। ਤੇ ਉਹ ਫੈਸਲਾ ਮੈਂ ਲੈਣਾ। ਇਹਨਾਂ ਨੇ ਉਸ ਫੈਸਲੇ ਦੇ ਵਿੱਚ ਬਹੁਤ ਵੱਡੀ ਕੁਤਾਹੀ ਕੀਤੀ ਹੈ। ਉਸ ਟਾਈਮ ਦੇ ਵਿੱਚ ਇਹਨਾਂ ਨੇ ਇਹ ਸਿਸਟਮ ਇੱਥੇ ਬਣਾ ਲਿਆ। ਜਦੋਂ ਇਹ ਸੇਮ ਆਈ ਸੀਗੀ, ਸੇਮ 97 ਦੇ ਕਰੀਬ 96-97 ਵਿੱਚ ਸ਼ੁਰੂ ਹੋ ਗਈ ਸੀ ਜੀ। ਆ ਏਰੀਆ ਬਾਗਾਂ ਦਾ ਏਰੀਆ ਸੀ, ਘਟਨਾ ਸ਼ੁਰੂ ਹੋ ਗਿਆ। ਜਿਹੜੇ ਲੋ ਲਾਇੰਗ ਏਰੀਆ ਸੀ ਇਸ ਏਰੀਆ ਦੇ ਵਿੱਚ, ਉੱਥੇ ਸੇਮ ਆ ਗਈ। ਉੱਥੇ ਕੀ ਹੋਇਆ, ਉਧਰੋਂ ਸਰਕਾਰ ਬਣ ਕੇ ਅਕਾਲੀ ਦਲ ਦੀ ਜੀ, ਉਧਰੋਂ ਜਿਹੜੇ ਸਪੋਰਟਰ ਤੇ ਵੋਟਰ ਸੀਗੇ, ਜਿਹੜੇ ਇਹਨਾਂ ਦੇ ਖਾਸ ਸਪੋਰਟਰ ਸੀ, ਉਹਨਾਂ ਨੇ ਜਿਹੜਾ ਸੇਮ ਨਾਲੇ ਨੂੰ ਐਂ ਸਮਝ ਲਿਆ ਵੀ ਜਿਵੇਂ ਨਾ
ਆਪਦੀ ਗੱਡੀ ਚਲਾਉਣੀ ਹੁੰਦੀ ਹੈ ਤੇ ਲਖੀਰ ਖਿੱਚਣੀ ਹੁੰਦੀ ਹੈ ਵੀ ਐਂ ਖਿੱਚ ਲਓ, ਇਹਨੂੰ ਟੇਢੀ ਕਰ ਲਓ, ਇਹਨੂੰ ਮੇਰੇ ਖੇਤ ਉੱਤੋਂ ਦੀ ਕਰਨੀ ਹੈ ਜੀ। ਜੇ ਕਿਸੇ ਦਾ ਖੇਤ ਆਇਆ ਉਹਨਾਂ ਨੇ ਕਹਿਣਾ ਮੈਂ ਸਾਰੀ ਉਮਰ ਤੁਹਾਨੂੰ ਵੋਟਾਂ ਪਾਈਆਂ ਜੀ ਤੇ ਤੁਸੀਂ ਮੇਰੇ ਸੇਮ ਨਾਲਾ ਕੱਢੀ ਜਾਂਦੇ ਹੋ, ਤੁਸੀਂ ਇਹਨੂੰ ਉੱਤੋਂ ਦੀ ਕਰ ਦਿਓ ਜੀ। ਇਹਨਾਂ ਨੇ ਕਹਿ ਦੇਣਾ ਉੱਤੋਂ ਦੀ ਕਰਦੇ ਭਾਈ, ਕਿਸੇ ਨੇ ਕਹਿ ਦੇਣਾ ਥੱਲੋਂ ਦੀ ਕਰਦੇ, ਕਹਿ ਦੇਣਾ ਥੱਲੋਂ ਦੀ ਕਰਦੇ ਭਾਈ। ਉਦੋਂ ਜਿਹੜੇ ਇੰਜੀਨੀਅਰ ਇੱਥੇ ਕੰਮ ਕਰਦੇ ਸੀ ਉਹ ਕਹਿੰਦੇ ਸੀ ਤੁਸੀਂ ਚੀਕਾਂ ਮਾਰਿਆ ਕਰੋਗੇ ਸਾਰੇ। ਬਿਲਕੁਲ। ਔਰ ਵੱਡੇ ਵੱਡੇ ਆਫਿਸਰਸ ਨੇ ਵੀ ਪ੍ਰੀਕਾਸ਼ਨਸ ਦੇ ਤੌਰ ਤੇ, ਕੌਸ਼ਨ ਦੇ ਤੌਰ ਤੇ ਇਹਨਾਂ ਨੂੰ ਕਿਹਾ ਵੀ ਸਾਨੂੰ ਕੰਮ ਸਿੱਧਾ ਕਰ ਲੈਣ ਦਿਓ ਤੇ ਤੁਹਾਡਾ ਫਾਇਦਾ ਹੋਊਗਾ ਕੌਨਸਟੀਟੂਐਂਸੀ ਦਾ। ਪਰ ਉਦੋਂ ਇਹਨਾਂ ਨੇ ਉਹਨਾਂ ਲੋਕਾਂ ਦੀ ਮੰਨ ਕੇ, ਜਿਹੜੇ ਕਿਸਾਨ ਸੀ, ਅਨਪੜ੍ਹ ਸੀ, ਉਸ ਵੇਲੇ ਉਹਨਾਂ ਨੂੰ ਵਿਚਾਰਿਆਂ ਨੂੰ ਲੱਗਦਾ ਸੀ ਯਾਰ ਸਾਡੀ ਜ਼ਮੀਨ ਜਾਂਦੀ ਹੈ, ਪਰ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਸਾਡੀ ਜ਼ਮੀਨ ਦਾ ਜੇ ਕਨਾਲ ਜਾਊਗੀ ਤੇ ਇਹ ਕਨਾਲ ਦੀ ਬਦਲੇ ਸਾਨੂੰ ਅਗਲੇ 10 ਸਾਲ ਤੇ ਅੱਜ ਤੱਕ ਵੀ ਕਈ ਫਿਰ ਜ਼ਿੰਮੇਵਾਰ ਕਿਹਦਾ, ਕਲਪ੍ਰੇਟ ਕੌਣ ਹੋਇਆ ਫਿਰ ਇਸ ਸਾਲ? ਇਹਦੇ ਚ ਕਲਪਰੇਟ ਹੋਇਆ ਜੀ। ਦੇਖੋ ਜਿਹਨੂੰ ਲੀਡਰ ਚੁਣਿਆ ਜਾਂਦਾ ਹੈ, ਲੀਡਰ ਦਾ ਹੁੰਦਾ ਹੈ ਕਿ ਉਹਨੇ ਅੱਗੇ ਵਿਜ਼ਨ ਉਹਦੀ ਹੋਣੀ ਚਾਹੀਦੀ ਹੈ, ਸੋਚ ਉਹਦੀ ਹੋਣੀ ਚਾਹੀਦੀ ਹੈ ਔਰ ਕਲੈਰਿਟੀ ਉਹਨੂੰ ਹੋਣੀ ਚਾਹੀਦੀ ਹੈ ਵੀ ਜਿਹੜਾ ਮੈਂ ਕੰਮ ਕਰਾ ਰਿਹਾ ਇਲਾਕੇ ਦੇ ਵਿੱਚ ਇਹਦਾ ਸ਼ਾਇਦ ਅੱਜ ਇਹਨਾਂ ਨੂੰ ਨੁਕਸਾਨ ਲੱਗਦਾ, ਕੱਲ੍ਹ ਨੂੰ ਇਹਨਾਂ ਦਾ ਫਾਇਦਾ ਹੋਊਗਾ। ਇਹ ਉਸ ਲੀਡਰ ਨੇ ਸੋਚਣਾ ਸੀਗਾ, ਉਸ ਪਾਰਟੀ ਨੇ ਸੋਚਣਾ ਸੀ, ਉਸ ਸਰਕਾਰ ਨੇ ਸੋਚਣਾ ਸੀਗਾ ਵੀ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਇਹਨਾਂ ਦਾ ਨੈਟ ਰਿਜ਼ਲਟ ਕੀ ਹੋਣਾ ਹੈ। ਜਦੋਂ ਤੁਸੀਂ ਉਹਨਾਂ ਦੇ ਪਿੱਛੇ ਲੱਗ ਗਏ ਤੇ ਤੁਸੀਂ ਉਹਨਾਂ ਦੇ ਹਿਸਾਬ ਨਾਲ ਕਰਤੀ, ਜਦੋਂ ਫਿਰ ਪਾਣੀ ਆ ਗਏ, ਕਿਤੇ ਬੰਨ ਲੱਗ ਗਏ ਨਾਲਿਆਂ, ਸੇਮ ਨਾਲਿਆਂ ਦੇ ਜੀ, ਪਾਣੀ ਪਿੱਛੋਂ ਭਰ ਗਏ ਜੀ, ਕਿਤੇ ਲੜਾਈਆਂ, ਕਿਤੇ ਕੁਛ, ਕਿਤੇ ਪਿੰਡ ਡੁੱਬ ਰਿਹਾ, ਜਦੋਂ ਬਰਸਾਤਾਂ ਆ ਜਾਣੀਆਂ ਫਸਲਾਂ ਖਰਾਬ ਹੋ ਜਾਣੀਆਂ। ਪੱਕੀ ਪਿੰਡ ਹੈ ਜੀ, ਇੱਧਰ ਮੇਡਾ ਪਿੰਡ ਹੈ ਜੀ, ਅਜੇ ਤੱਕ ਨਹੀਂ ਸਾਫ਼ ਹੋ ਸਕੇ ਜੀ, ਫਸੇ ਪਏ ਨੇ, ਮਤਲਬ ਕੁਛ ਨਾ ਕੁਛ ਕਮੀ ਰਹਿ ਰਹੀ ਹੈ ਉੱਥੇ ਅਜੇ। ਜਦੋਂ ਵੀ ਲੋ ਲਾਇੰਗ ਏਰੀਆਜ਼ ਬਣ ਗਏ, ਵਾਟਰ ਦੇ ਚੈਨਲਸ ਸਹੀ ਨਹੀਂ ਬਣੇ, ਕਿਤੇ ਇੱਕ ਰਾਣੀ ਵਾਲਾ ਪਿੰਡ ਹੈ, ਰੱਤਾ ਟਿੱਬਾ ਪਿੰਡ ਹੈ, ਉੱਥੇ ਕੀ ਹੈ ਪਾਣੀ ਅੱਗੇ ਜਾ ਕੇ ਕੱਸੀਆਂ ਕੱਢਤੀਆਂ। ਹੁਣ ਉਹ ਕੱਸੀਆਂ ਥੱਲੋਂ ਦੀ ਸਾਈਫਨ ਹੈ ਨਹੀਂ, ਜੇ ਸਾਈਫਨ ਹੈ ਨਹੀਂ ਤਾਂ ਪਾਣੀ ਕਿੱਥੇ ਜਾਊਗਾ? ਜਦੋਂ ਫਲੋ ਇੱਕ ਨੈਚੁਰਲ ਫਲੋ ਦੇ ਹਿਸਾਬ ਨਾਲ ਬਣਾਉਣਾ ਚਾਹੀਦਾ ਸੀ, ਉਸ 'ਚ ਵੀ ਇਹਨਾਂ ਨੇ ਮਾਰ ਖਾਧੀ ਜੀ। ਉਹ ਕੰਮ ਵੀ ਇਹ ਸਹੀ ਨਹੀਂ ਕਰ ਪਾਏ ਤੇ ਮੈਂ ਸਮਝਦਾ ਕਿਤੇ ਨਾ ਕਿਤੇ ਲੀਡਰਸ਼ਿਪ ਦੀ ਕਮੀ ਰਹੀ ਹੈ ਤੇ ਜਿਹੜਾ ਇਲਾਕੇ ਨੂੰ ਇੰਨਾ ਸਫ਼ਰ ਕਰਨਾ ਪਿਆ ਸੇਮ ਦੇ ਵਿੱਚ। ਹੁਣ ਆਪਾਂ ਸਥਿਤੀ ਨੂੰ ਇਹ ਤਾਂ ਤੁਸੀਂ ਆ ਗਏ ਕਿ ਇੰਨਾ 25 ਸਾਲ ਤੋਂ ਉੱਤੇ ਵੱਧ ਸਮਾਂ ਹੋ ਗਿਆ, ਇਕਨੋਮਿਕਲੀ ਇਲਾਕਾ ਕਾਫੀ ਟੁੱਟ ਚੁੱਕਿਆ। ਜੇਕਰ ਗੱਲ ਕਿ ਜਦੋਂ ਇਕਨੋਮਿਕਲੀ ਟੁੱਟ ਜਾਂਦਾ ਤੇ ਉੱਥੇ ਫਿਰ ਕਰਪਸ਼ਨ ਵੀ ਪੈਦਾ ਹੁੰਦੀ ਹੈ, ਉੱਥੇ ਫਿਰ ਸਿੱਧੇ ਤੌਰ ਤੇ ਗੱਲ ਕਹੀਏ ਕਿ ਵੋਟਾਂ ਦੀ ਖਰੀਦੋ ਫਰੋਖਤ ਵੀ ਹੁੰਦੀ ਹੈ। ਦੂਸਰੇ ਪਾਸੇ ਜਿਹੜੇ ਆਪਾਂ ਆਖੀਏ ਕਿ ਜ਼ਿਮੀਂਦਾਰ ਪਰਿਵਾਰ ਸੀਗੇ, ਜਿਹੜੇ ਜਿਨ੍ਹਾਂ ਕੋਲ ਲੈਂਡ ਸੀ, ਲੈਂਡਲੈਸ ਵਾਲਿਆਂ ਦਾ ਬੁਰਾ, ਤੇ ਜਿਹੜੇ ਲੈਂਡਲੋਰਡ ਸੀਗੇ ਜਾਂ ਆਪਾਂ ਸਿੱਧੇ ਤੌਰ ਤੇ ਜਿਨ੍ਹਾਂ ਕੋਲ ਜ਼ਮੀਨ ਸੀ, ਉਹਨਾਂ ਦੀ ਵੀ ਸਥਿਤੀ ਕੋਈ ਬਾਹਲੀ ਚੰਗੀ ਨਹੀਂ। ਬਿਲਕੁਲ ਸਹੀ ਗੱਲ ਹੈ ਤੁਹਾਡੀ ਜੀ ਇਹ। ਔਰ ਇਹਦੇ 'ਚ ਮੈਂ ਇੱਕ ਫਿਰ ਇਸ ਗੱਲ ਦਾ ਮੈਂ ਕਹਿਣਾ ਚਾਹੁੰਦਾ ਬਈ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਇੱਥੇ, ਬੈਂਕਿੰਗ ਸਿਸਟਮ ਹੈ ਨਾ ਜੀ, ਜਿਹੜਾ ਬੈਂਕਿੰਗ ਸਿਸਟਮ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਲੋਨ ਦੇਣੇ ਸੀ ਜਿਹੜੇ ਪ੍ਰਾਈਵੇਟ ਬੈਂਕਸ ਨੇ ਜੀ, ਜਦੋਂ ਉਹਨਾਂ ਦਾ ਇੱਕ ਗਵਰਨਮੈਂਟ ਆਫ ਇੰਡੀਆ ਦਾ ਇਹ ਸੀਗਾ, ਉਹਨਾਂ ਨੂੰ ਰੂਲ ਸੀਗਾ ਔਰ ਉਹਨਾਂ ਇੱਕ ਅਬਾਈਡ ਕਰਨਾ ਪੈਣਾ ਸੀ ਉਹਨਾਂ ਨੂੰ ਵੀ ਜੇ ਤੁਸੀਂ ਲੈਂਡਿੰਗ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਐਗਰੀਕਲਚਰ ਸੈਕਟਰ ਨੂੰ ਵੀ ਲੈਂਡਿੰਗ ਕਰਨੀ ਹੈ ਜੀ। ਜੇ ਤੁਸੀਂ ਉਹ ਲੈਂਡਿੰਗ ਨਹੀਂ ਕਰਦੇ ਤਾਂ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਕੈਂਸਲ ਹੋ ਜਾਊਗਾ। ਐਗਰੀਕਲਚਰ ਸੈਕਟਰ ਬਹੁਤ ਵੱਡਾ ਹੋ ਜਾਂਦਾ ਹੈ। ਐਗਰੀਕਲਚਰ ਸੈਕਟਰ ਦੇ ਵਿੱਚ ਐਗਰੀਕਲਚਰ ਦੇ ਪ੍ਰੋਜੈਕਟਸ ਵੀ ਆ ਜਾਂਦੇ ਨੇ, ਪ੍ਰੋਸੈਸਿੰਗ ਦੇ ਵੀ ਆ ਜਾਂਦੇ ਨੇ, ਦੂਸਰੇ ਵੀ ਆ ਜਾਂਦੇ ਨੇ। ਪਰ ਉਹਨਾਂ ਬੈਂਕਾਂ ਨੇ ਕੀ ਕੀਤਾ, ਪ੍ਰਾਈਵੇਟ ਬੈਂਕਾਂ ਨੇ, ਇਹਨਾਂ ਨੇ ਸੋਚਿਆ ਫਰਟਾਈਲ ਲੈਂਡ ਕਿੱਥੇ ਹੈ ਔਰ ਉੱਥੇ ਇਹਨਾਂ ਨੇ ਕਿਹਾ ਵੀ ਇੱਥੇ ਹੁਣ ਆਪਦੇ ਲਾਇਸੈਂਸ ਜੇ ਅਸੀਂ ਰੱਖਣੇ ਹੈ ਤਾਂ ਸਾਨੂੰ ਇੱਥੇ ਫੰਡਿੰਗ ਕਰਨੀ ਪੈਣੀ ਹੈ। ਔਰ ਉਹਨਾਂ ਨੇ ਜਿਹੜੀ ਫੰਡਿੰਗ ਕੀਤੀ, ਸਰਕਾਰ ਦਾ ਉਸ ਟਾਈਮ, ਸਰਕਾਰ ਦਾ ਕੀ ਕੰਮ ਹੁੰਦਾ ਜੀ, ਮੋਨੀਟਰ ਕਰਨਾ ਹੁੰਦਾ। ਜੇ ਅੱਜ ਇਸ ਪਿੰਡ ਦੇ ਵਿੱਚ ਕੋਈ ਕਾਰਵਾਈ ਹੋ ਰਹੀ ਹੈ ਤਾਂ ਮੈਂ ਸਮਝਦਾ ਵੀ ਮੇਰੇ ਤੱਕ ਅੱਜ ਨਹੀਂ ਤਾਂ ਸਵੇਰੇ ਪਹੁੰਚ ਜੂਗੀ। ਜੇ ਨਾਲ ਦੇ ਪਿੰਡ 'ਚ ਹੋ ਰਹੀ ਹੈ ਤਾਂ 5 ਦਿਨਾਂ ਨੂੰ ਆ ਜੂਗੀ ਜੀ। ਗੱਲ ਸਾਹਮਣੇ ਆਉਣੀ ਚਾਹੀਦੀ ਹੈ। ਤੁਸੀਂ ਜੇ ਲੀਡਰਸ਼ਿਪ ਕਰਨੀ ਹੈ, ਲੋਕਾਂ ਦੇ ਅੱਗੇ ਲੱਗਣਾ ਹੈ, ਤਾਂ ਤੁਸੀਂ ਉਹਨਾਂ ਦਾ ਸੇਫਗਾਰਡ ਵੀ ਦੇਖਣੇ ਆ, ਉਹਨਾਂ ਨੂੰ ਤੁਸੀਂ ਕਿਵੇਂ ਬਚਾ ਕੇ ਵੀ ਕਿਵੇਂ ਚੱਲਣਾ ਹੈ ਵੀ ਕਿਤੇ ਉਹ ਐਕਸਪੋਜ਼ ਨਾ ਹੋ ਜਾਣ, ਕਿਤੇ ਰਿਸਕ ਨੂੰ ਨਾ ਐਕਸਪੋਜ਼ ਹੋ ਜਾਣ। ਇਹ ਕੀ ਕੀਤਾ, ਬੈਂਕਾਂ ਨੇ ਚੱਕ ਕੇ ਉਸ ਟਾਈਮ ਦੇ ਵਿੱਚ ਕ੍ਰੈਡਿਟ ਦੇਤਾ ਕਿੱਲੇ ਦੇ ਹਿਸਾਬ ਨਾਲ ਜੀ। ਜੇ 10 ਕਿੱਲੇ ਜੱਟ ਕੋਲੇ ਜ਼ਮੀਨ ਹੈ ਤਾਂ ਉਹਦੀ ਵੈਲਿਊ ਕੱਢ ਲਈ ਜੀ, ਕਿੰਨੀ 15 ਲੱਖ ਨੂੰ ਜ਼ਮੀਨ ਹੈ ਜੀ, ਥੋੜੀ ਤਾਂ ਇੰਨੇ ਦੀ ਜ਼ਮੀਨ ਹੋ ਗਈ, 1.5 ਕਰੋੜ ਦੀ ਹੋ ਗਈ ਜੀ 10 ਕਿੱਲੇ, ਤੁਹਾਨੂੰ ਅਸੀਂ 70 ਲੱਖ ਦੇ ਦਿੰਨੇ ਆ। ਉਹ ਦੇਖਣ ਵਾਲੀ ਗੱਲ ਤਾਂ ਇਹ ਆ ਭਲੇ ਮਾਨਸਾ ਬਈ 1.5 ਕਰੋੜ ਕਿਤੋਂ, ਜਿਹੜੀ 10 ਕਿੱਲੇ ਜ਼ਮੀਨ ਹੈ, 10 ਕਿੱਲੇ ਦਾ ਜੋ ਠੇਕਾ ਵੀ ਕਰਦਾ ਚੰਗੀ ਤੋਂ ਚੰਗੀ ਜ਼ਮੀਨ ਦਾ ਵੀ ਉਹਨਾਂ ਦਿਨਾਂ 'ਚ 40,000 ਮਸਾਂ ਹੁੰਦਾ ਸੀ ਬਈ 4 ਲੱਖ ਤਾਂ ਟੋਟਲ ਇਨਕਮ ਹੈ ਦੀ ਜੀ। ਤੇ ਜਿਹੜਾ 60 ਲੱਖ ਤੁਸੀਂ ਇਹਨੂੰ ਦੇ ਕੇ ਚੱਲੇ ਹੋ, ਇਹ ਇਹਨੂੰ ਕਿਵੇਂ ਕਰੂਗਾ? ਕੋਈ ਵੀ ਇੰਡਸਟਰੀ ਲੱਗਦੀ ਹੈ, ਉਹਦੀ ਇੱਕ ਵਰਕਿੰਗ ਕੈਪੀਟਲ ਦੇਖਿਆ ਜਾਂਦਾ, ਉਹਦੀ ਵਰਕਿੰਗ ਪਹਿਲਾਂ ਦੇਖਿਆ ਜਾਂਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਰਿਟਰਨ ਦੇ ਹਿਸਾਬ ਨਾਲ ਹੀ ਆਪਾਂ ਲੈ ਕੇ ਚੱਲਦੇ ਹਾਂ। ਰਿਟਰਨ, ਇੰਟਰਸਟ, ਬੈਂਕ ਇਹ ਦੇਖਦਾ ਜੀ ਵੀ ਮੈਂ 10 ਰੁਪਏ ਦੇ ਰਿਹਾ, ਇਹ ਬੰਦਾ 5 ਰੁਪਏ ਕਮਾਊਗਾ ਫਸਟ ਈਅਰ ਦੇ ਵਿੱਚ ਤੇ ਮੈਨੂੰ ਇਹ 3 ਰੁਪਏ ਮੋੜੂਗਾ, ਰੁਪਏ ਦਾ ਮੇਰਾ ਇੰਟਰਸਟ ਮੋੜੂਗਾ, ਰੁਪਏ ਦਾ ਖਰਚਾ ਵੀ ਹੈਗਾ, ਰੁਪਏ ਨੂੰ ਬਚਣਾ ਵੀ ਚਾਹੀਦਾ। ਮਤਲਬ ਸਾਰੀ ਇੱਕ ਰਿਪੋਰਟ ਹੁੰਦੀ ਹੈ ਵੀ ਤੂੰ ਭਾਈ ਜੇ ਕਹਿੰਦਾ ਵੀ ਮੈਂ ਤੁਹਾਡੇ ਮੋੜ ਦੂੰਗਾ, ਵਿਆਜ ਮੋੜ ਦੂੰਗਾ, ਅਗਲਾ ਕਹਿੰਦਾ ਫਿਰ ਤੂੰ ਕੀ ਖਾਏਂਗਾ। ਸੋ
ਉਸ ਪ੍ਰੋਜੈਕਟ ਨੂੰ ਦੇਖਿਆ ਜਾਂਦਾ ਕਿ ਇਹਦੀ ਵਾਇਬਿਲਿਟੀ ਹੈ ਕਿ ਨਹੀਂ ਹੈ। ਜੀ ਅੱਛਾ, Landing ਤੋਂ ਤੁਸੀਂ ਪਹਿਲਾਂ। ਆਪਾਂ ਸਿਆਸਤ ਵਾਲੇ ਪਾਸੇ ਆ ਜੀ, ਇਹ ਸਿਨੈਰੀਓ ਆਪਾਂ ਡਿਸਕਸ ਕਰ ਲਿਆ। ਤੁਹਾਡੇ ਹਾਂਜੀ ਸਾਥੀ ਸੀਗੇ ਖੁੱਡੀਆਂ, ਗੁਰਮੀਤ ਸਿੰਘ ਖੁੱਡੀਆਂ, ਹਾਂਜੀ। ਉਹ ਹਮੇਸ਼ਾ ਇਲਜ਼ਾਮਾਤ ਲਾਉਂਦੇ ਰਹੇ ਕਿ ਜਿਹੜੀ ਕਾਂਗਰਸ ਹਾਈ ਕਮਾਂਡ ਨੇ ਅਕਾਲੀ ਦਲ ਦੇ ਦਬਾਅ ਦੇ ਵਿੱਚ ਆ ਕੇ ਇੱਥੇ ਕਾਂਗਰਸ ਜਿਹੜੀ ਆ ਉਹਨੂੰ ਉੱਗਣ ਨਹੀਂ ਦਿੱਤਾ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਮੈਂ ਅੱਕ ਥੱਕ ਕੇ ਕਾਂਗਰਸ ਛੱਡ ਕੇ ਗਿਆ। ਕਿੰਨੀ ਕੁ ਸੱਚਾਈ ਹੈ ਇਹਦੇ 'ਚ? ਮੈਂ ਸਮਝਦਾ ਜੀ ਇੱਕ ਅੰਗਰੇਜ਼ੀ ਦੀ ਸਹੀ ਹੈ, ਵੇਅਰ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ। ਜੀ ਸੰਘਰਸ਼ ਹਰ ਜਗ੍ਹਾ ਤੇ ਹੈ, ਹੂੰ ਸੰਘਰਸ਼ ਕਰਨਾ ਪੈਂਦਾ ਹੈ। ਜੀ ਜਦੋਂ ਅਸੀਂ ਇਸ ਪਾਰਟੀ ਨਾਲ ਖੜੇ ਰਹੇ, ਹੂੰ ਅਤਵਾਦ ਆਇਆ, ਮੌਕਾ ਮਿਲਿਆ, ਲਾਈਨ 'ਚ ਖੜੇ ਸੀ, ਅਵਲ ਖਰਾਣਾ ਸਾਹਿਬ ਮੰਤਰੀ ਬਣੇ, ਆ ਸਬ ਡਿਵੀਜ਼ਨ ਸਬ ਤਹਿਸੀਲ ਬਣਾਈ, ਸਬ ਡਿਵੀਜ਼ਨ ਮਲੋਟ ਬਣਾਇਆ, ਡਿਸਟ੍ਰਿਕਟ ਮੁਕਤਸਰ ਸਾਹਿਬ ਬਣਾਇਆ, ਆ 15 ਪਿੰਡ ਨੇ ਜਿਹੜੇ ਉਤਲੇ ਜੀ, ਜੀ ਇਹਨਾਂ ਦੇ ਪਾਣੀ ਨਹੀਂ ਲੱਗਦਾ ਹੁੰਦਾ ਸੀ ਜੀ। ਹੂੰ ਇੱਥੇ ਟਿੱਬੇ ਹੁੰਦੇ ਸੀ ਤੇ ਤਾਰਾ ਮੀਰਾ ਤੇ ਸਰੋਂ ਹੁੰਦੀ ਸੀ। ਜੀ ਉਹਨਾਂ ਟਾਈਮਾਂ ਦੇ ਵਿੱਚ ਵੀ ਮਤਲਬ ਇਰੀਗੇਸ਼ਨ ਦੀਆਂ ਸਕੀਮਾਂ ਲਿਆ ਕੇ, ਲਿਫਟਿੰਗ ਪੰਪ ਦੀਆਂ ਸਕੀਮਾਂ ਲਿਆ ਕੇ ਤੇ ਲੋਕਾਂ ਦੇ ਕੰਮ ਕਰਾਏ ਤੇ ਖੇਤਾਂ ਤੱਕ ਅੰਡਰਗਰਾਉਂਡ ਪਾਣੀ ਪਹੁੰਚਾਇਆ ਤੇ 100% ਸਬਸਿਡੀ ਤੇ ਦਿੱਤਾ ਜੀ ਉਹਨਾਂ ਨੂੰ। ਜੀ ਜੇ ਤੁਸੀਂ ਕਿਤੇ ਖੜੇ ਹੋ, ਹੂੰ ਜੇ ਤੁਸੀਂ ਇਹ ਸੋਚ ਲਓ ਬਈ ਬਲੇਮ ਕਰਨਾ ਬੜਾ ਸੌਖਾ ਹੁੰਦਾ ਹੈ, ਹੂੰ ਹਰੇਕ ਚੀਜ਼ ਦੇ ਉੱਤੇ ਜਾ ਕੇ ਤੁਹਾਨੂੰ ਲੜਨਾ ਪੈਂਦਾ ਹੈ। ਜਦੋਂ ਇਹ ਸਰਕਾਰ ਬਣੀ, ਇਹ ਸਰਕਾਰ ਤੋਂ ਬਾਅਦ ਜਾ ਕੇ ਜਦੋਂ ਉੱਥੇ ਗਏ, ਇਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਤੁਸੀਂ ਕੀ ਲੈਣਾ ਜਾਂ ਕੀ ਕਰਨਾ, ਜਾਂ ਉਹਦੇ ਇਹਨਾਂ ਨੂੰ ਆਪਦੇ ਏਜੰਡੇ ਰੱਖਣੇ ਚਾਹੀਦੇ ਸੀ ਜੀ ਔਰ ਉਹਨਾਂ ਨੂੰ ਫੋਲੋ ਅਪ ਕਰਨਾ ਪੈਂਦਾ ਜੀ, ਚਾਹੇ ਕੋਈ ਵੀ ਹੈ, ਚਾਹੇ ਮਿਨਿਸਟਰ ਵੀ ਹੈ, ਚਾਹੇ MLA ਵੀ ਹੈ। ਤੁਸੀਂ ਆਪ ਦੇਖਿਆ ਹੋਣਾ ਹੈ ਬਈ ਆਪਦੇ ਜਿਹੜੇ ਲੋਕਾਂ ਦੇ ਕੰਮ ਕਰਾਉਣ ਵਾਸਤੇ ਪਿੱਛੇ ਭੱਜਣਾ ਪੈਂਦਾ ਬਿਲਕੁਲ ਜੀ। ਬਿਲਕੁਲ ਹਰ ਦਫ਼ਤਰ ਪੈਰਵਾਈ ਤਾਂ ਕਰਨੀ ਪੈਂਦੀ। ਪੈਰਵਾਈ ਕਰਨੀ ਪੈਂਦੀ ਹੈ ਜੀ, ਪੈਰਵਾਈ ਬਗੈਰ ਕੁਝ ਨਹੀਂ ਹੁੰਦਾ। ਹੂੰ ਤੇ ਇਹ ਕਿਤੇ ਨਾ ਕਿਤੇ ਉਸ ਗੱਲ ਦੇ ਵਿੱਚ ਲੈਕ ਕਰਦੇ ਰਹੇ ਹੂੰ ਔਰ ਇਹ ਮੈਂ ਸਮਝਦਾ ਕਿ ਕਿਤੇ ਵੀ ਤੁਹਾਨੂੰ ਬਣਿਆ ਬਣਾਇਆ ਗੁਲਦਸਤਾ ਨਹੀਂ ਮਿਲਦਾ, ਬਣਾਉਣਾ ਪੈਂਦਾ ਹੈ। ਹੂੰ ਤੇ ਇਹ ਸ਼ਾਇਦ ਉਸ ਗੱਲ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਜੇ ਲੋਕਾਂ ਦੇ ਕੰਮ ਸੀ, ਉਹਨਾਂ ਨਾਲ ਜਾਣਾ ਸਾਡਾ ਫਰਜ਼ ਬਣਦਾ ਸੀ, ਖੜਨਾ ਸਾਡਾ ਫਰਜ਼ ਬਣਦਾ ਸੀਗਾ। ਇਹ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ ਤੇ ਇਹ ਆਪਦੀ ਕਿਤੇ ਨਾ ਕਿਤੇ ਕਾਬਲੀਅਤ 'ਚ ਕਮੀ ਕਹਿ ਲਓ ਜਾਂ ਤੁਸੀਂ ਇਹ ਕਹਿ ਲਓ ਵੀ ਸਿਸਟਮ ਨਹੀਂ ਸਮਝ ਆਇਆ, ਹੂੰ ਤੇ ਕਈ ਫੈਕਟਰਸ ਹੋ ਸਕਦੇ ਨੇ। ਔਰ ਐਟ ਦ ਸੇਮ ਟਾਈਮ ਜਿਹੜੇ ਇੱਥੇ ਕੋਈ ਫਾਇਦੇ ਦੇ 2-4 ਕੰਮ ਸੀ, ਜੀ ਉਹ ਕੌਣ ਕਰ ਰਿਹਾ ਸੀ? ਤੁਸੀਂ ਵੀ ਜਾਣਦੇ ਹੋ, ਸਾਰਿਆਂ ਨੂੰ ਪਤਾ ਹੈ ਵੀ ਕੌਣ ਇੱਥੇ ਟਰੱਕ ਯੂਨੀਅਨਾਂ ਚਲਾ ਰਿਹਾ ਸੀਗਾ, ਕੌਣ ਪਸ਼ੂ ਮੰਡੀ ਦੇ ਕੰਮ ਚਲਾ ਰਿਹਾ ਸੀਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਵੀ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਇਸ਼ਾਰੇ ਨਾਲ ਹੀ ਚੱਲ ਰਹੀਆਂ ਸੀ, ਬਗੈਰ ਸਰਕਾਰ ਦੇ ਇਸ਼ਾਰੇ ਤੋਂ ਤਾਂ ਨਹੀਂ ਚੱਲਦੀਆਂ ਜੀ। ਉਹਦੇ ਬੈਨੀਫਿਸ਼ਰੀ ਕੌਣ ਸੀਗੇ, ਉਸ ਤੋਂ ਬੈਨੀਫਿਟ ਕੌਣ ਲੈ ਰਹੇ ਸੀਗੇ, ਇਹ ਚੀਜ਼ਾਂ ਲੋਕਾਂ ਨੂੰ ਸਮਝਣੀਆਂ ਚਾਹੀਦੀਆਂ ਔਰ ਪਤਾ ਕਰਨੀਆਂ ਚਾਹੀਦੀਆਂ ਵੀ ਇੱਥੇ ਕੌਣ ਸੀਗੇ। ਜਗਪਾਲ ਜੀ, ਲੰਬੀ ਦੀ ਮੈਂ ਸ਼ੁਰੂਆਤ 'ਚ ਕਿਹਾ ਕਿ ਬੜੀ ਹੌਟ ਸੀਟ ਹੈ। ਇਲੈਕਸ਼ਨ ਚੱਲ ਪਿਆ, ਕੈਂਪੇਨ ਸ਼ੁਰੂ ਹੋ ਗਈ ਹੈ। ਹਜੇ ਬੇਸ਼ੱਕ ਅਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਗਿਆ ਹਜੇ ਤੱਕ, ਸੰਭਾਵਿਤ ਤੌਰ ਤੇ ਪਰਿਵਾਰ ਦੇ ਵਿੱਚੋਂ ਹੀ ਹੋਏਗਾ। ਹੁਣ ਤੁਹਾਨੂੰ ਕੀ ਲੱਗਦਾ, ਕਿਉਂਕਿ ਆਮ ਆਦਮੀ ਪਾਰਟੀ ਐਬਸੈਂਟ ਸੀਗੀ ਪਿਛਲੀ ਵਾਰੀ, ਜੇਕਰ ਆਪਾਂ ਗੱਲ ਕਰੀਏ ਕੋਈ 19 ਗੱਲ ਨਹੀਂ ਸੀ, ਹਾਂਜੀ ਕਾਂਗਰਸ, ਅਕਾਲੀ ਦਲ ਤੇ ਸੰਯੁਕਤ ਕਿਸਾਨ ਮੋਰਚਾ ਤੇ ਬੀਜੇਪੀ ਵੀ, ਤੁਹਾਨੂੰ ਪਤਾ ਵੀ ਇੱਥੇ ਬੀਜੇਪੀ ਦਾ ਇੱਕ ਆਡੀਓ ਵੀ ਬੜਾ ਵਾਇਰਲ ਹੋਇਆ ਸੀਗਾ। ਹਾਂਜੀ ਹਾਂਜੀ। ਸੋ ਇਸ ਮੌਕੇ ਦੇ ਵਿੱਚ 4 ਪਾਰਟੀਆਂ ਜਦੋਂ ਆਉਂਦੀਆਂ ਨੇ 5, ਤਾਂ ਕਿਵੇਂ ਲੱਗਦਾ ਤੁਹਾਨੂੰ, ਕੀ ਸਿਨੈਰੀਓ? ਮੈਂ ਸਮਝਦਾ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਬਈ ਪਿਛਲੇ ਵਾਰੀ ਜਿਹੜੀ ਆਮ ਆਦਮੀ ਦੀ ਹਵਾ ਬਹੁਤ ਜ਼ਿਆਦਾ ਸੀਗੀ ਔਰ ਸ਼ਾਇਦ ਉਸ ਕਰਕੇ ਹੀ ਮਤਲਬ ਉਹ ਕਿਸ ਲੈਵਲ ਤੋਂ ਚੱਲ ਕੇ ਜਦੋਂ ਅਖੀਰ ਤੇ ਆ ਕੇ ਡਿੱਗੀ, ਉਹ ਜਦੋਂ ਉਹਨਾਂ ਦੀ ਲੀਡਰਸ਼ਿਪ ਹੀ ਬੇਈਮਾਨ ਸੀ ਚੀਫ ਮਿਨਿਸਟਰ ਦੀ ਅਹੁਦੇ ਨੂੰ ਲੈ ਕੇ, ਤਾਂ ਉਹਦੀ ਪੀਕ ਦੁਬਾਰਾ ਕਿਤੇ ਪੰਜਾਬ 'ਚ ਨਹੀਂ ਆ ਸਕਦੀ। ਜੇ ਪਿਛਲੇ ਵਾਰੀ ਪੰਜਾਬੀ ਲੁੱਟੇ ਜਾਂਦੇ ਤਾਂ ਲੁੱਟੇ ਜਾਂਦੇ, ਪਰ ਹੁਣ ਪੰਜਾਬੀ ਲੁੱਟੇ ਨਹੀਂ ਜਾਣਗੇ, ਇਹ ਬੜਾ ਕਲੀਅਰ ਹੈ। ਅੱਛਾ, ਇੱਕ ਚੀਜ਼ ਦੱਸੋ, ਕੈਪਟਨ ਅਮਰਿੰਦਰ ਸਿੰਘ ਦਾ ਇੱਥੇ ਖੜਾ ਹੋਣਾ, ਬੜੀਆਂ ਚਰਚਾਵਾਂ ਸੀਗੀਆਂ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੀ ਵਾਰੀ, ਸ਼ਾਇਦ ਇਹ ਵੀ ਅੱਜ ਕੱਲ੍ਹ ਗੱਲਾਂ ਕਰੀਅਲ ਜਿਵੇਂ ਹੁਣ ਹੋ ਗਿਆ ਕਿ ਉਹ ਬਾਦਲ ਫੈਮਿਲੀ ਨੂੰ ਸਪੋਰਟ ਕਰਨ ਦੇ ਲਈ ਇੱਥੇ ਆਏ ਸੀਗੇ, ਵੀ ਜਿਸ ਢੰਗ ਦੇ ਨਾਲ, ਨਹੀਂ ਤਾਂ ਸ਼ਾਇਦ ਕਹਿੰਦੇ ਜਿਵੇਂ ਕੰਪੀਟੀਸ਼ਨ ਹੋਰ ਪਾਸੇ ਹੋ ਸਕਦਾ ਸੀ। ਇਹ ਕਿੰਨੀ ਕੁ ਸੱਚਾਈ ਹੈ ਇਹਦੇ 'ਚ? ਇਹਦੇ 'ਚ ਨਾ ਜੀ, ਇਹ ਤੁਸੀਂ ਗੱਲ ਨੂੰ ਕਿਸ ਤਰੀਕੇ ਨਾਲ ਲੈਣਾ ਹੈ, ਹਰੇਕ ਬੰਦੇ ਨੇ ਕਹਿਣਾ ਹੁੰਦਾ, ਪਰ ਜਿਹੜਾ ਇਹਦਾ ਐਕਚੁਅਲ ਐਸਪੈਕਟ ਹੈ, ਮੈਂ ਸਰਕਾਰਾਂ ਦੇ ਵਿੱਚ ਨਾਲ ਰਿਹਾ, ਨਜ਼ਦੀਕ ਰਿਹਾ, ਪਾਰਟੀ ਦੇ ਵਿੱਚ ਕੰਮ ਕੀਤਾ ਹੈ ਔਰ ਮੈਂ ਸਾਰੀ ਗੱਲ ਨੂੰ ਸਮਝਦਾ। ਉਹਦੇ 'ਚ ਜਿਹੜਾ ਐਕਚੁਅਲ ਇਸ਼ੂ ਸੀ ਜਿਹੜਾ, ਉਹ ਇਹ ਸੀਗਾ ਕਿ ਆਮ ਆਦਮੀ ਪਾਰਟੀ ਬੜੀ ਪੀਕ ਤੇ ਸੀ ਉਸ ਟਾਈਮ ਦੇ ਵਿੱਚ ਔਰ ਉਹਨਾਂ ਕੋਲੇ ਉਹਨਾਂ ਦੇ ਜਿੰਨੇ ਵੀ ਜਿਹੜੇ ਮੁੱਦੇ ਸੀਗੇ ਉਹ ਖਤਮ ਹੋ ਚੁੱਕੇ ਸੀ। ਜਿਹੜਾ ਉਹਨਾਂ ਨੇ ਆਪਣੇ ਗੁਰਦਾਸਪੁਰ ਤੋਂ ਜਿਹੜੇ ਉਹਨਾਂ ਦੇ ਪ੍ਰਧਾਨ ਬਣਾਏ ਸੀ, ਆਪਣਾ ਸੁੱਚਾ ਸਿੰਘ ਛੋਟੇਪੁਰ ਜੀ, ਉਹਨਾਂ ਨੂੰ ਜਦੋਂ ਇਹਨਾਂ ਨੇ ਹਟਾਤਾ, ਉਸ ਤੋਂ ਬਾਅਦ ਇਹਨਾਂ ਦੀ ਖੁੱਦੋ ਲੀਰੋ ਲੀਰ ਹੋਣ ਲੱਗ ਪਈ। ਉਸ ਤੋਂ ਬਾਅਦ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਜਿਹੜੀ ਗੱਲ ਮੇਨ ਆਈ, ਉਹ ਇਹ ਆਈ ਕਿ ਹੁਣ ਬਲੇਮ ਗੇਮ ਤੇ ਸ਼ੁਰੂ ਕਰ ਦਿਓ ਜੀ। ਉਸ ਬਲੇਮ ਗੇਮ ਦੇ ਵਿੱਚ ਜੋ ਇਹਨਾਂ ਨੇ ਆਇਡੈਂਟੀਫਾਈ ਕੀਤਾ, ਉਹ ਇਹ ਕੀਤਾ
ਕਿ ਇਹ ਦੋਨੇ ਪਾਰਟੀਆਂ ਨੂੰ ਇਹ ਕਹਿ ਦਿਓ ਵੀ ਕਾਂਗਰਸ ਤੇ ਅਕਾਲੀ ਮਿਲ ਕੇ ਸਾਨੂੰ ਹਰਾਉਣ ਲੱਗੇ ਹੋਏ ਨੇ ਜੀ ਔਰ ਇਹ ਜਿਹੜਾ ਹੈਗਾ ਇਹਨਾਂ ਦਾ ਮੈਚ ਫਿਕਸਡ ਹੈ ਅਕਾਲੀਆਂ ਦਾ ਤੇ ਕਾਂਗਰਸ ਦਾ ਇਹ ਗੱਲ ਸ਼ੁਰੂ ਕੀਤੀ ਸੀ ਇਹਨਾਂ ਨੇ ਉਸ ਗੱਲ ਨੂੰ ਅੱਗੇ ਵਧਾਉਂਦੇ ਇਹਨਾਂ ਨੇ ਲਿਆਂਦਾ ਗੱਲ ਨੂੰ ਪਰਸਨੈਲਿਟੀ ਬੇਸ ਤੇ ਲੈ ਕੇ ਆ ਗਏ ਬਈ ਇਹ ਬਾਦਲ ਤੇ ਕੈਪਟਨ ਸਾਹਿਬ ਮਿਲੇ ਹੋਏ ਨੇ ਜਿੱਥੋਂ ਗੱਲ ਇਹ ਚੱਲੀ ਜਦੋਂ ਇਹ ਗੱਲ ਚੱਲ ਪਈ ਤਾਂ ਪ੍ਰਸ਼ਾਂਤ ਕਿਸ਼ੋਰ ਜੀ ਉਦੋਂ ਇੱਥੇ ਸੀਗੇ ਮੀਡੀਆ ਦਾ ਦੇਖ ਰਹੇ ਸੀ ਸਾਰਾ ਔਰ ਠੀਕ ਹੈ ਉਹਨਾਂ ਨੇ ਇਹ ਗੱਲ ਉਸ ਲੈਵਲ ਤੇ ਜਦੋਂ ਗੱਲ ਗਈ ਕਹਿੰਦੇ ਵੀ ਹੁਣ ਬੀਜੇਪੀ ਕੋਲੇ ਸਿਰਫ ਆਪ ਕੋਲੇ ਸਿਰਫ ਇੱਕ ਮੁੱਦਾ ਰਹਿ ਗਿਆ ਹੁਣ ਇਹਨਾਂ ਨੇ ਜਿਹੜਾ ਇਲੈਕਸ਼ਨ ਹੈ ਇਸ ਮੁੱਦੇ ਉੱਤੇ ਲੜਨਾ ਹੈ ਬਈ ਇਹ ਜਿਹੜੀ ਪਾਰਟੀ ਹੈ ਇਹ ਦੋਨੇ ਮਿਲੀਆਂ ਹੋਈਆਂ ਨੇ ਇਹ ਦੋਨੇ ਪਰਿਵਾਰ ਮਿਲੇ ਹੋਏ ਨੇ ਤੇ ਇਹਦਾ ਅਲਟਰਨੇਟਿਵ ਸਿਰਫ ਆਪ ਆਦਮੀ ਪਾਰਟੀ ਹੈ ਉਸ ਦੇ ਦੇਖਦੇ ਹੋਏ ਸਿਚੁਏਸ਼ਨ ਨੂੰ ਲਾਸਟ ਮਿੰਟ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਕੈਪਟਨ ਸਾਹਿਬ ਨੂੰ ਇੱਥੋਂ ਉਤਾਰਿਆ ਕਿ ਜਿਹੜੀ ਉਹ ਪਰਸੈਪਸ਼ਨ ਬਿਲਡ ਹੋ ਰਹੀ ਹੈ ਕਿ ਇਹ ਦੋਨੇ ਪਾਰਟੀਆਂ ਮਿਲ ਕੇ ਖੇਡ ਰਹੀਆਂ ਨੇ ਤੇ ਇਹਨਾਂ ਨੇ ਔਰ ਉਹਨਾਂ ਨੇ ਇਹ ਬਿਆਨ ਵੀ ਦਵਾਇਆ ਸੀ ਆਪਣਾ ਕੈਪਟਨ ਸਾਹਿਬ ਤੋਂ ਬਈ ਮੈਂ ਤਾਂ ਜਾ ਕੇ ਉੱਥੇ ਕਾਗਜ਼ ਭਰਤੇ ਹੈ ਬਈ ਹੁਣ ਤੂੰ ਵੀ ਆ ਜਾ ਇੱਥੇ ਬਈ ਤੂੰ ਵੀ ਇੱਥੇ ਹੀ ਆ ਜਾ ਤੇ ਆਪਾਂ ਤਿੰਨਾਂ ਚੋਂ ਦੇਖ ਲਾਂਗੇ ਵੀ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਤੇ ਇੱਥੇ ਪਤਾ ਲੱਗ ਜੂਗਾ ਵੀ ਮਿਲੇ ਅਸੀਂ ਨਹੀਂ ਮਿਲੇ ਤੁਸੀਂ ਭੱਜਦੇ ਹੋ ਅਸੀਂ ਤਾਂ ਸਾਹਮਣੇ ਜਾ ਕੇ ਖੜ ਗਏ ਹੁਣ ਉਹਦੀ ਜਿਹੜੀ ਖੜ ਗਏ ਉਹ ਆ ਕੇ ਉਹ ਇੱਕ ਪਰਸੈਪਸ਼ਨ ਚੇਂਜ ਕਰਨ ਵਾਸਤੇ ਖੜੇ ਸੀ ਜਿਹੜਾ ਟੈਕਨੀਕਲੀ ਤੁਸੀਂ ਪੁੱਛੋ ਤਾਂ ਉਹ ਪਰਸੈਪਸ਼ਨ ਵਾਸਤੇ ਪਰ ਉਹ ਗੱਲ ਤਾਂ ਹੌਲੀ ਹੌਲੀ ਹੁਣ ਕਾਂਗਰਸ ਨੇ ਵੀ ਤਾਂ ਸੀਐਮ ਨੂੰ ਇਸੇ ਕਰਕੇ ਰਿਮੂਵ ਕੀਤਾ ਨਾ ਵੀ ਹੀ ਡਿਡ ਨਾਟ ਟੁਕ ਐਨੀ ਕਾਈਂਡ ਆਫ ਸਟ੍ਰਿਕਟ ਐਕਸ਼ਨ ਅਗੇਂਸਟ ਸੀ ਉਹ ਜਿਹੜੇ ਇਸ਼ੂਜ਼ ਨੇ ਜੀ ਉਹ ਇਸ਼ੂਜ਼ ਬਾਅਦ ਚ ਆਉਂਦੇ ਨੇ ਔਰ ਉਹ ਚੀਜ਼ਾਂ ਬਾਅਦ ਦੀਆਂ ਨੇ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਵੀ ਉਹਨਾਂ ਦਾ ਇੱਥੇ ਖੜਨਾ ਉਹਦਾ ਕਾਰਨ ਕੀ ਸੀ ਮੈਂ ਤੁਹਾਨੂੰ ਉਹਦਾ ਕਾਰਨ ਜਿਹੜਾ ਉਸ ਚੀਜ਼ ਦਾ ਜਵਾਬ ਦਿੱਤਾ ਤੇ ਉਹਦੀ ਫਿਰ ਜਿਹੜੀ ਗੱਲ ਹੌਲੀ ਹੌਲੀ ਕਹਿੰਦੇ ਰਿਜ਼ਲਟ ਤਾਂ ਫਸਲ ਬੀਜੀ ਦਾ ਮਗਰੋਂ ਹੀ ਆਉਂਦਾ ਨਾ ਹਾਂ ਯੂ ਆਰ ਰਾਈਟ ਜਿਹੜੇ ਇਹ ਇਸ਼ੂਜ਼ ਹੋਏ ਨੇ ਨਾ ਜੀ ਜਿਹੜੇ ਡੂ ਯੂ ਥਿੰਕ ਵੀ ਕੈਪਟਨ ਸਾਹਿਬ ਨੇ ਇੱਥੇ ਇਲਾਕੇ ਨੂੰ ਸੰਭਾਲਿਆ ਵਿਧਾਨ ਸਭਾ ਦੀਆਂ ਸੀਟਾਂ ਤੋਂ ਬਾਅਦ ਤੇ ਇਹ ਵੀ ਕਹਿੰਦੇ ਕਿ ਛੱਡ ਕੇ ਚਲੇ ਗਏ ਕਿਸੇ ਦੀ ਗੱਲ ਅਨਫੋਰਚੂਨੇਟ ਹੈ ਜੀ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਗੱਲ ਬਈ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਜਿਹੜੀ ਸੋਚ ਜਿਹੜੇ ਮਤਲਬ ਇਸ ਇਲਾਕੇ 'ਚੋਂ ਆਏ ਵੀ ਨਹੀਂ ਦੁਬਾਰਾ ਠੀਕ ਹੈ ਜੀ ਔਰ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੇ ਹਲਕਾ ਇੰਚਾਰਜ ਜਿਹੜੇ ਬਣਾਏ ਸੀ ਜੀ ਉਹਨਾਂ ਨੇ ਵੀ ਕਿਤੇ ਨਾ ਕਿਤੇ ਉਹ ਆਪ ਕਹਿੰਦੇ ਸੀ ਹਲਕਾ ਇੰਚਾਰਜ ਆ ਮੈਂ ਤਾਂ ਨਹੀਂ ਕਹਿ ਰਿਹਾ ਮਤਲਬ ਇੱਥੇ ਹਲਕਾ ਇੰਚਾਰਜ ਬਣਾ ਦਿੱਤੇ ਗਏ ਹੁਣ ਹਲਕਾ ਇੰਚਾਰਜ ਆਪਦੇ ਇਲਾਕੇ ਦੀ ਕਿੰਨੀ ਕੁ ਪੈਰਵਾਈ ਕਰਦਾ ਕਿੰਨਾ ਕੁ ਉੱਥੋਂ ਰਿਸਪੌਂਸ ਮਿਲਦਾ ਹੈ ਉਹ ਦੱਸ ਸਕਦੇ ਨੇ ਤੇ ਜਾਂ ਉਹ ਦੱਸ ਸਕਦੇ ਨੇ ਜੀ ਸੋ ਵਾਟ ਆਰ ਦੀ ਮੇਨ ਇਸ਼ੂਜ਼ ਨਾਊਡੇਜ਼ ਹੁਣ ਕੀ ਤੁਸੀਂ ਹੁਣ ਸਾਡੇ ਜਿਹੜੇ ਮੇਨ ਇਸ਼ੂ ਕਿਉਂਕਿ ਜਿਵੇਂ ਤੁਸੀਂ ਆਖਿਆ ਕਿ ਇਹਨਾਂ ਦੇ ਤਾਂ ਜਿਹੜੇ ਬੰਦੇ ਨੇ ਅੱਗੇ ਮਸੰਦ ਨੇ ਜਾਂ ਤੁਸੀਂ ਵਰਡ ਯੂਜ਼ ਕੀਤਾ ਉਹਨਾਂ ਨੂੰ ਤੁਸੀਂ ਕਿਵੇਂ ਫੇਸ ਕਰੋਗੇ ਉਹਨਾਂ ਨੂੰ ਤਾਂ ਲੋਕ ਹੀ ਫੇਸ ਕਰੀਏ ਲੋਕ ਨੇੜੇ ਨਹੀਂ ਲੱਗਣ ਦਿੰਦੇ ਜੀ ਉਹਨਾਂ ਨੂੰ ਜੀ ਲੋਕਾਂ ਨੇ ਦੇਖਿਆ ਲੋਕਾਂ ਨੇ ਜਿਨ੍ਹਾਂ ਨੇ 10 ਸਾਲ ਸੰਤਾਪ ਫੰਡਾਇਆ ਹੈ ਉਹ ਹੁਣ ਦੁਬਾਰਾ ਉਹੀ ਚਿਹਰੇ ਫਿਰਦੇ ਨੇ ਕੁਝ ਜਿਹੜੇ ਵਿਚਾਰੇ ਚਲੇ ਗਏ ਉਹ ਰੱਬ ਨੂੰ ਪਿਆਰੇ ਹੋ ਗਏ ਪਰ ਇੰਨਾ ਕੁ ਨਹੀਂ ਉਹਨਾਂ ਨੇ ਛੱਡਿਆ ਉਹ ਅੱਜ ਫੇਰ ਉੱਥੇ ਤੁਰੇ ਫਿਰਦੇ ਨੇ ਗਾਂ ਉਹਨਾਂ ਦੇ ਬੱਚੇ ਤੁਰੇ ਫਿਰਦੇ ਨੇ ਮਤਲਬ ਅੱਜ ਵੀ ਲੰਮੀ ਹਲਕਾ ਜਿਹੜਾ ਅਕਾਲੀ ਦਲ ਬਾਦਲ ਨੇ ਔਰ ਆਊਟਸੋਰਸ ਕਰਨਾ ਹੈ ਜੀ ਜਿਵੇਂ ਠੇਕੇਦਾਰੀ ਚੱਲਦੀ ਹੈ ਨਾ ਜੀ ਇਹ ਤਾਂ ਲੰਮੀ ਦੇ ਵੋਟਰਾਂ ਦੀ ਲੰਮੀ ਨੂੰ ਠੇਕੇ ਤੇ ਦੇਣਾ ਹੈ ਜੀ ਇਹਨਾਂ ਨੇ ਇਲੈਕਸ਼ਨ ਜਿੱਤਣਾ ਹਾਰਨਾ ਉਹ ਪ੍ਰਮਾਤਮਾ ਨੂੰ ਪਤਾ ਹੈ ਜੀ ਠੀਕ ਹੈ ਜੀ ਔਰ ਮੈਨੂੰ ਜੋ ਲੱਗਦਾ ਸੱਚੇ ਪਾਤਸ਼ਾਹ ਭਲੀ ਕਰੂਗਾ ਐਤਕੀ ਲੋਕ ਇਹਨਾਂ ਨੂੰ ਠੇਕੇ ਤੇ ਦੇਣ ਨਹੀਂ ਦਿੰਦੇ ਇਲਾਕਾ ਔਰ ਕਾਂਗਰਸ ਦਾ ਜਿਹੜਾ ਵੋਟਰ ਬੈਂਕ ਹੈ ਔਰ ਕਾਂਗਰਸ ਦੀ ਜਿਹੜਾ ਹੈ ਉਹ ਇੰਟੈਕਟ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਕਰਦੇ ਆਪਾਂ ਜੀ ਆਮ ਆਦਮੀ ਪਾਰਟੀ ਦਾ ਜੀ ਪਿਛਲੇ 5 ਸਾਲ ਜਦੋਂ ਸਰਕਾਰ ਰਹੀ ਤੇ ਉਹ ਵੀ ਇੱਥੇ ਆਪੋਜੀਸ਼ਨ ਦੇ ਵਿੱਚ ਸੀਗੇ ਆਪੋਜੀਸ਼ਨ ਦੇ ਲੀਡਰ ਵੀ ਰਹੇ ਆਪੋਜੀਸ਼ਨ ਦੇ ਵਿੱਚ ਉਹਨਾਂ ਨੇ ਉਸ ਪਾਰਟੀ ਨੇ ਰੋਲ ਕੀਤਾ ਉਹਨਾਂ ਨੇ ਇੱਕ ਸਿੰਗਲ ਮੀਟਿੰਗ ਦੱਸਦੇ ਨੇ ਜਿਹੜੀ ਲੰਬੀ ਹਲਕੇ ਦੇ ਵਿੱਚ ਕੀਤੀ ਹੋਵੇ ਉਹਨਾਂ ਦੇ ਕਿਸੇ ਐਮਐਲਏ ਨੇ ਆ ਕੇ ਕੀਤੀ ਹੋਵੇ ਉਹਨਾਂ ਦੇ ਕਿਸੇ ਲੀਡਰ ਨੇ ਕੀਤੀ ਹੋਵੇ ਉਹਨਾਂ ਦੇ ਜਿਹੜਾ ਸਰਪ੍ਰਸਤ ਹੈ ਕੇਜਰੀਵਾਲ ਜੀ ਉਹਨਾਂ ਨੇ ਆ ਕੇ ਕੀਤੀ ਹੋਵੇ ਉਹ ਕੇਜਰੀਵਾਲ ਜੀ ਦਾ ਤਾਂ ਸਿਸਟਮ ਸਿਰਫ ਸਿੰਪਲ ਜਿਹਾ ਇੱਕ ਹੀ ਹੈ ਉਹ ਕਹਿੰਦੇ ਇੱਕ ਮੌਕਾ ਉਹ ਮੰਗਦਾ ਹੁੰਦਾ ਜਿਹੜਾ ਮੌਕਾ ਪ੍ਰਸਤ ਹੁੰਦਾ ਜੀ ਉਹ ਮੌਕਾ ਮੰਗਦਾ ਵੀ ਮੈਨੂੰ ਲੁੱਟਣ ਦਾ ਇੱਕ ਮੌਕਾ ਦੇ ਦਿਓ ਬਾਕੀ ਫਿਰ ਤੁਹਾਡੀ ਲੋੜ ਨਹੀਂ ਪੈਣੀ ਮੈਨੂੰ ਉਹ ਉਸ ਤੇ ਚੱਲਿਆ ਜਿਹੜੀ ਪਾਰਟੀ ਦਾ 5 ਸਾਲ ਕੋਈ ਇਲਾਕੇ ਦੇ ਵਿੱਚ ਕੋਈ ਐਕਟੀਵਿਟੀ ਨਹੀਂ ਕੋਈ ਕੁਛ ਨਹੀਂ ਔਰ ਕਿਸੇ ਨੂੰ ਜਾ ਕੇ ਕਿਸੇ ਨੂੰ ਇਹ ਨਹੀਂ ਪੁੱਛਿਆ ਵੀ ਤੇਰਾ ਹਾਲ ਕੀ ਹੈ ਇੱਥੋਂ 22000 ਵੋਟ ਪਈ ਸੀ ਜੇ ਉਹਨਾਂ ਨੂੰ 22000 ਵੋਟ ਪਈ ਸੀ ਤਾਂ 22000 ਲੋਕ ਉਹਨਾਂ ਦੇ ਨਾਲ ਸੀ 22000 ਚੋਂ ਕਿਤੇ 5-7000 ਦਾ ਵੀ ਹਾਲ ਪੁੱਛਿਆ ਹੁੰਦਾ ਕਿਤੇ ਮਹੀਨੇ ਤੋਂ ਵੀ ਗੇੜਾ ਮਾਰਿਆ ਹੁੰਦਾ ਕੋਈ ਸਾਲ ਤੋਂ ਵੀ ਗੇੜਾ ਮਾਰਿਆ ਹੁੰਦਾ 2 ਸਾਲਾਂ ਤੋਂ ਵੀ ਗੇੜਾ ਮਾਰਿਆ ਹੁੰਦਾ 5 ਸਾਲ ਹੀ ਨਹੀਂ ਗੇੜਾ ਮਾਰਿਆ ਔਰ ਅੱਜ ਉਹ ਇਹ ਸੋਚਦੇ ਨੇ ਕਿ ਲੰਬੀ ਦੇ ਲੋਕ ਆਪ ਨੂੰ ਵੋਟਾਂ ਪਾ ਕੇ ਤੇ ਤਕੜਾ ਕਰ ਦੇਣਗੇ ਮੈਂ ਸਮਝਦਾ ਇਹ ਜਿਹੜਾ ਥਾਟ ਪ੍ਰੋਸੈਸ ਹੈ ਇਹ ਬਿਲਕੁਲ ਗਲਤ ਹੈ ਔਰ ਇਹ ਹੋਣਾ ਨਹੀਂਗਾ ਔਰ ਦੂਜੀ ਜਿਹੜਾ ਉਹਨਾਂ ਨੇ ਲੀਡਰਸ਼ਿਪ ਤਿਆਰ ਕਰ ਰਹੇ ਨੇ ਜਿਹੜੇ ਉਹਨਾਂ ਨੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਨੇ ਜੀ ਸਾਰੇ ਪੰਜਾਬ ਦੇ ਵਿੱਚ
ਉਹ ਕਿੱਥੋਂ ਆਏ ਨੇ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਹੈ। ਉਹ ਜਿਹਨੂੰ ਕਾਂਗਰਸ 'ਚੋਂ ਟਿਕਟ ਨਹੀਂ ਮਿਲੀ ਉਹ ਨਾਲ ਚੜ੍ਹ ਗਿਆ, ਜਿਹਨੂੰ ਪਤਾ ਲੱਗ ਗਿਆ ਵੀ ਮੈਨੂੰ ਮਿਲਣੀ ਨਹੀਂ ਉਹ ਨਾਲ ਚੜ੍ਹ ਗਿਆ, ਜਿਹਨੂੰ ਬਾਅਦ 'ਚ ਨਹੀਂ ਮਿਲੀ ਹੁਣ ਵੀ ਨਾਲ ਜੁਆਇਨ ਕਰੀ ਜਾਂਦੇ ਨੇ। ਔਰ ਉਹ ਬੰਦੇ ਨੇ 50-60 ਦੇ ਕਰੀਬ ਮੈਨੂੰ ਲੱਗਦਾ ਕੈਂਡੀਡੇਟ ਹੋ ਗਏ ਨੇ ਜਿਹੜੇ ਮਤਲਬ ਦੂਜੀਆਂ ਪਾਰਟੀਆਂ ਦੇ ਵਿੱਚੋਂ ਮਤਲਬ ਜੇ ਉਹਨਾਂ ਦਾ ਅੰਬੀਸ਼ਨ ਨਹੀਂ ਅਚੀਵ ਹੋ ਸਕਿਆ, ਜੋ ਉਹ ਸੋਚਦੇ ਸੀ ਉਹ ਕਰਨਾ ਚਾਹੁੰਦੇ ਸੀ ਉਹ ਕਰ ਨਹੀਂ ਪਾਏ, ਔਰ ਉਹ ਸੋਚਦੇ ਨੇ ਸ਼ਾਇਦ ਇੱਥੇ ਦਾ ਲੱਗ ਜੇ। ਜਿਹੜੇ 50-60 ਬੰਦੇ ਮੌਕਾ ਪ੍ਰਸਤੀ ਨੂੰ ਲੈ ਕੇ ਕੋਈ ਆਈਡੀਓਲੋਜੀ ਹੁੰਦੀ ਹੈ, ਕੋਈ ਵਿਚਾਰਧਾਰਾ ਹੁੰਦੀ ਹੈ, ਵਿਚਾਰਧਾਰਾ ਨਾਲ ਖੜਨਾ ਪੈਂਦਾ। ਅਸੀਂ ਵਿਚਾਰਧਾਰਾ ਨਾਲ ਖੜੇ ਹਾਂ ਜੀ ਬਿਲਕੁਲ। ਅੱਛਾ, ਹੁਣ ਇੱਕ ਚੀਜ਼ ਮੈਂ ਵਿੱਚੋਂ ਤੁਹਾਨੂੰ ਟੁਕਣਾ ਕਿ ਵੀ ਆਪਾਂ ਕਨਕਲੂਜਨ ਵੱਲ ਨੂੰ ਲੈ ਕੇ ਚੱਲੀਏ। ਲੰਬੀ ਹਲਕੇ ਦੀਆਂ ਸੇਮ ਤਾਂ ਇੱਕ ਬਹੁਤ ਵੱਡੀ ਮੁਸ਼ਕਲ ਹੈ, 25 ਸਾਲ ਤੋਂ ਉੱਤੇ ਇਹ ਤਾਂ ਕੋਈ ਬੰਦਾ ਡਿਨਾਈ ਨਹੀਂ ਕਰ ਸਕਦਾ। ਜੇ ਕੱਲ੍ਹ ਨੂੰ ਮੈਨੂੰ ਲੋਕ ਕਹਿਣ ਵੀ ਤੁਸੀਂ ਹੀ ਇਸ ਇਲਾਕੇ ਦਾ ਮੁੱਦਾ ਜ਼ਿਆਦਾ ਉਭਾਰ ਰਹੇ ਹੋ ਤਾਂ ਇਹਦਾ ਇਫੈਕਟ ਲਾਹੌਰ ਤੱਕ ਹੀ, ਗੰਗਾ ਨਗਰ ਤੱਕ ਵੀ ਪਹੁੰਚ ਗਿਆ। ਹੋਰ ਕੀ ਇਹੋ ਜਿਹੇ ਮੁੱਦੇ ਨੇ ਕਿ ਜਿਨ੍ਹਾਂ ਦੇ ਬਿਹਾਫ ਦੇ ਉੱਤੇ ਤੁਸੀਂ ਵੋਟਰਾਂ ਜਾ ਰਹੇ ਹੋ, ਤੁਸੀਂ ਕੀ ਪ੍ਰੋਮਿਸ ਕਰ ਰਹੇ ਹੋ? ਸਭ ਤੋਂ ਪਹਿਲਾਂ ਜੀ ਇਸ ਹਲਕੇ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਈ ਇਹ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਪਿੰਡਾਂ ਦੇ ਵਿੱਚ ਜੀ, ਕਿਉਂਕਿ ਇੱਥੇ ਵਾਟਰ ਵਰਕਸ ਸੀਗੇ, ਸਾਡਾ ਪਾਣੀ ਕਨਾਲ ਸਿਸਟਮ ਤੋਂ ਆਉਂਦਾ ਜੀ, ਔਰ ਕਨਾਲ ਸਿਸਟਮ ਤੋਂ ਕਿਸੇ ਪਾਈਪ ਅੰਡਰਲਾਈਨ ਜਾਂਦੀਆਂ ਸੀ ਸੇਮ ਦੇ ਨਾਲ ਉਹ ਸਾਰਾ ਜਿਹੜਾ ਸਿਸਟਮ ਹੈ ਨਾ ਜੀ ਉਹ ਹਿੱਲ ਗਿਆ। ਕਈ ਡਿੱਗੀਆਂ 'ਚ ਪਾਣੀ ਥੱਲੜਾ ਉੱਪਰਲਾ ਮਿਲਦਾ ਰਿਹਾ ਜੀ, ਕਾਫੀ ਦੇਰ ਬੜੀਆਂ ਪ੍ਰੋਬਲਮਸ ਆਉਂਦੀਆਂ ਰਹੀਆਂ ਨੇ। ਠੀਕ ਹੈ ਜੀ, ਜ਼ੀਰੋ ਲੈਵਲ ਹੋ ਗਿਆ, ਜ਼ੀਰੋ ਲੈਵਲ ਹੋ ਗਿਆ। ਥੱਲੜਾ ਪਾਣੀ ਪੀਣ ਵਾਲਾ ਇੱਥੇ ਜਿਹੜਾ ਉਹ ਸਹੀ ਨਹੀਂਗਾ, ਤੇ ਉਸ ਵਾਸਤੇ ਜਿਹੜਾ ਇੱਕ ਪ੍ਰੋਜੈਕਟ ਹੈ ਜਿਹੜਾ ਉਹ ਕਰਨਾ ਬਹੁਤ ਜ਼ਰੂਰੀ ਹੈ। ਜਿੱਥੇ ਜਿੱਥੇ ਪਾਣੀ ਦੀ ਕਮੀ ਹੈ ਉਹ ਪਾਣੀ ਦਾ ਜਿਹੜਾ ਪੀਣ ਵਾਲੇ ਪਾਣੀ ਦੀ ਹੈ ਉਹਦਾ ਜਿਹੜਾ ਫੋਕਸ ਕਰਨਾ ਬਹੁਤ ਜ਼ਰੂਰੀ ਹੈ। ਦੂਜਾ ਜਿਹੜਾ ਇਸ ਏਰੀਆ ਦੇ ਵਿੱਚ ਇਹ ਪਤਾ ਨਹੀਂ ਸੋਚੀ ਸਮਝੀ ਸਾਜ਼ਿਸ਼ ਹੈ ਔਰ ਪਤਾ ਨਹੀਂ ਇਹ ਪਾਰਟ ਆਫ देयर ਪਾਲਿਸੀ ਰਿਹਾ। ਅਕਾਲੀ ਦਲ ਨੇ ਸਭ ਤੋਂ ਵੱਧ ਰਾਜ ਕੀਤਾ ਹੈ। ਮੈਂ ਦਾਅਵੇ ਨਾਲ ਕਹਿ ਦੇਣਾ, ਇਹ ਰਿਕਾਰਡ ਕਢਾ ਲਓ ਕਿ ਜਦੋਂ 92 ਦੇ ਵਿੱਚ ਸਰਦਾਰ ਗੁਰਨਾਮ ਸਿੰਘ ਅਵਲ ਖਰਾਣਾ ਮੰਤਰੀ ਬਣੇ, MLA ਬਣੇ, ਫਿਰ ਮੰਤਰੀ ਬਣੇ, ਸਾਡੇ ਸਕੂਲ ਦਾ ਕਢਾ ਲਓ। ਇੱਥੇ ਜਿਹੜੇ ਸਕੂਲ ਸੀਗੇ 5ਵੀਂ ਤੇ 8ਵੀਂ ਤੋਂ ਉੱਤੇ ਨਹੀਂ ਸੀ, ਉਹ ਸਾਰੇ ਸਕੂਲ ਅਪਗ੍ਰੇਡ ਕੀਤੇ ਜੀ। ਅੱਜ ਮੈਨੂੰ ਮਾਣ ਹੈ ਵੀ ਸਾਡੇ ਅਵਲ ਖਰਾਣੇ ਦੇ ਵਿੱਚ ਜਿਹੜਾ ਲੜਕੀਆਂ ਦਾ ਸਕੂਲ ਅਸੀਂ ਉਦੋਂ ਸਾਰਾ ਕੀਤਾ, ਅੱਜ ਉਹਦੇ 'ਚ 650 ਤੋਂ 700 ਲੜਕੀ ਪੜ੍ਹਦੀ ਹੈ। ਮੈਂ ਸਮਝਦਾ ਵੀ ਸਭ ਤੋਂ ਵੱਡਾ ਜਿਹੜਾ ਇੱਥੇ ਕੰਮ ਕਰਨ ਵਾਲਾ ਹੈ ਉਹ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਧੀਆਂ ਨੇ ਉਹਨਾਂ ਨੂੰ ਡਿਵੈਲਪਮੈਂਟ ਨਾਲ ਜੋੜਨ ਦੀ ਲੋੜ ਹੈ। ਉਹਨਾਂ ਦੇ ਸੈਲਫ ਹੈਲਪ ਗਰੁੱਪਸ ਚਾਹੀਦੇ ਨੇ ਜੀ। ਇਹ ਜਿਹੜਾ 1000 ਰੁਪਇਆ ਦੇ ਦੇਣਾ 2000 ਰੁਪਇਆ ਦੇਣ ਵਾਲੀ ਗੱਲ ਹੈ, ਅਸੀਂ ਉਸ 'ਚੋਂ ਅੱਗੇ ਕੱਢ ਕੇ ਲੈ ਜਾਣਾ ਚਾਹੁੰਦੇ ਹਾਂ। ਔਰ ਇਹ ਸੋਚ ਹੋਣੀ ਚਾਹੀਦੀ ਹੈ ਕਿ ਸੈਲਫ ਡਿਪੈਂਡੈਂਟ ਹੋ ਸਕਣ, ਸੈਲਫ ਹੈਲਪ ਗਰੁੱਪਸ ਬਣ ਜਾਂਦੇ ਆ ਵਿਮਨ ਦੇ ਜੀ। ਬਿਲਕੁਲ, ਇਸ ਏਰੀਏ 'ਚ ਤਾਂ ਖਾਸ ਕਰਕੇ ਜ਼ਿਆਦਾ ਜ਼ਰੂਰਤ ਹੈ ਜੀ। ਜਿਵੇਂ ਹੁਣ ਇੰਡਸਟਰੀ ਲਾ ਲਓ, ਪਾਪੜ ਬੜੀਆਂ ਦੀ ਇੰਡਸਟਰੀ ਅੰਮ੍ਰਿਤਸਰ ਦੀ ਬੜੀ ਮਸ਼ਹੂਰ ਹੈ, ਉਹਦੇ ਪਿੱਛੇ ਕਿਹਦਾ ਹੱਥ ਹੈ? ਉੱਥੋਂ ਦੀਆਂ ਲੇਡੀਜ਼ ਦਾ ਪਿੰਡਾਂ ਦੇ ਵਿੱਚ ਹੱਥ ਹੈ। ਇਹਦੇ ਵਿੱਚ ਜਿਵੇਂ ਸਵੈਟਰਾਂ ਦਾ ਕੰਮ ਹੋ ਗਿਆ ਜੀ, ਮੈਂ ਦੇਖਿਆ ਕਈ ਬਾਹਰਲੇ ਸੂਬਿਆਂ ਦੇ ਵਿੱਚ ਮੈਂ ਦੇਖਿਆ ਕਿ ਲੇਡੀਜ਼ ਨੂੰ ਚੀਜ਼ਾਂ ਦੇ ਦਿੰਦੇ ਨੇ, ਉਹ ਉਹਨਾਂ ਦੀ ਕਾਰੀਗਰੀ ਕਰਕੇ ਬਣਾ ਕੇ ਮਤਲਬ ਆਪਣਾ ਹੈਂਡੀਕ੍ਰਾਫਟਸ ਹੋ ਗਏ, ਹੋਰ ਹੋ ਗਏ, ਉਹਨਾਂ ਚੀਜ਼ਾਂ ਨੂੰ ਕਰਦੇ ਆ। ਸਰ ਚੀਜ਼ ਹੋ ਸਕਦੀ ਹੈ, ਹੁਨਰ ਸਾਰਿਆਂ ਕੋਲੇ ਹੈ, ਪਰ ਸਿਰਫ ਹੈ ਕਿ ਉਸ ਨੂੰ ਚੈਨਲਾਈਜ਼ ਕਰਨਾ, ਉਸ ਬਾਰੇ ਸੋਚਣਾ, ਉਸ ਗੱਲ ਦੇ ਨਾਲ ਜੁੜਨਾ, ਇੱਕ ਥੋਟ ਚਾਹੀਦੀ ਹੈ, ਇੱਕ ਖਿਆਲ ਚਾਹੀਦਾ ਹੈ। ਔਰ ਉਸ ਨੂੰ ਜੇ ਅਸੀਂ ਚੱਕ ਸਕੀਏ ਇੱਕ ਉਹ ਵੀ ਬਹੁਤ ਵੱਡਾ ਕੰਮ ਹੋਊਗਾ। ਔਰ ਦੂਸਰਾ ਜਿਹੜਾ ਯੂਥ ਹੈ, ਐਜੂਕੇਸ਼ਨ ਵਾਸਤੇ ਇੱਥੇ 10ਵੀਂ ਤੱਕ ਐਜੂਕੇਸ਼ਨ, 12ਵੀਂ ਤੱਕ, ਉਸ ਤੋਂ ਅੱਗੇ ਫਿਰ ਸਾਨੂੰ ਬੜੀ ਪ੍ਰੋਬਲਮ ਆਉਂਦੀ ਰਹੀ ਹੈ। ਇੰਸਟੀਟਿਊਸ਼ਨਸ ਨੂੰ ਬਣਾ ਦੇਣਾ ਔਰ ਖੜੇ ਕਰ ਦੇਣਾ ਇੱਕ ਵੱਖਰੀ ਗੱਲ ਹੈ, ਜਿਹੜਾ ਉਹਨਾਂ ਨੂੰ ਰਨ ਕਰਨਾ ਹੈ ਅਤੇ ਉਹਨਾਂ ਨੂੰ ਚਲਾਉਣਾ ਹੈ, ਉਸ ਵਾਸਤੇ ਇੱਕ ਮੈਂ ਸਮਝਦਾ ਵੀ ਜੋ ਵੀ ਲੀਡਰਸ਼ਿਪ ਹੋਵੇ ਉਹਦੀ ਬਹੁਤ ਵੱਡੀ ਕਮਿਟਮੈਂਟ ਚਾਹੀਦੀ ਹੈ ਕਿ ਉਹ ਇੰਸਟੀਟਿਊਸ਼ਨਸ ਨੂੰ ਵਧਾ ਸਕੇ, ਅੱਗੇ ਉਹਨਾਂ ਦਾ ਮੈਨੇਜਮੈਂਟ ਨੂੰ ਦੇਖ ਸਕੇ। ਬੜੇ ਸਕਸੈਸਫੁਲ ਪੋਲੀਟੀਸ਼ੀਅਨਸ ਹੋਏ ਨੇ ਜਿਨ੍ਹਾਂ ਨੇ ਆਪਦੇ ਏਰੀਆਜ਼ ਦੇ ਵਿੱਚ ਇੰਸਟੀਟਿਊਸ਼ਨਸ ਦੇ ਉੱਤੇ ਫੋਕਸ ਕਰਕੇ ਆਪਦੀਆਂ ਜਿਹੜੀ ਉੱਥੋਂ ਦਾ ਵੋਟ ਬੈਂਕ ਹੈ ਉਹਨੂੰ ਐਜੂਕੇਟ ਕਰਕੇ ਨਾਲ ਜੁੜਿਆ ਜੀ। ਇਹ ਹੋਣਾ ਬਹੁਤ ਜ਼ਰੂਰੀ ਹੈ ਇਸ ਇਲਾਕੇ ਦੇ ਵਾਸਤੇ। ਇਹ ਇੱਕ ਐਸੀ ਚੀਜ਼ ਹੈ ਜਿਹਦੀ ਕਮੀ ਹੈ। ਔਰ ਤੀਸਰਾ ਮੈਂ ਸਮਝਦਾ ਹਸਪਤਾਲ ਨੇ ਜਿਹੜੇ ਅੱਜ ਕੋਈ ਐਮਰਜੈਂਸੀ ਹੋ ਜਾਂਦੀ ਹੈ ਨਾ ਜੀ, ਪਹਿਲਾਂ ਸਾਡੇ ਬੰਦੇ ਜਿਹੜੇ ਆ ਪਿੰਡੋਂ ਚੱਕਦੇ ਨੇ ਅਤੇ ਮਲੋੜ ਜਾ ਵੜਦੇ ਨੇ, ਇੱਥੇ ਲੰਬੀ ਹਸਪੀਟਲ ਬਣਿਆ ਇੱਕ ਡਾਕਟਰ, ਉੱਥੇ ਆ ਜਾਂਦੇ ਨੇ, ਫਿਰ ਇੱਥੋਂ ਬਠਿੰਡੇ ਚਲੇ ਜਾਂਦੇ ਨੇ, ਬਠਿੰਡੇ ਤੋਂ ਬਾਅਦ ਫਿਰ ਚੰਡੀਗੜ੍ਹ ਤੱਕ ਪਹੁੰਚਦੇ ਨੇ ਜੀ। ਪਹਿਲਾਂ ਤਾਂ ਇੱਥੇ ਲੁੱਟੇ ਜਾਂਦੇ ਨੇ ਜੀ, ਇੱਥੇ ਦਰਦ ਦੇ ਟੀਕੇ ਲਾ ਦਿੰਦੇ ਨੇ ਉਹਨਾਂ ਨੂੰ ਅਤੇ ਉਹ 2-4 ਦਿਨ ਰੱਖ ਕੇ ਫਿਰ ਅੱਗੇ ਚਲਾ ਜਾਂਦਾ, ਫਿਰ ਉਸ ਤੋਂ ਅੱਗੇ ਚਲਾ ਜਾਂਦਾ। ਮੈਂ ਸਮਝਦਾ ਵੀ ਇੱਥੇ ਚੰਗੇ ਹੌਸਪੀਟਲ ਦੀ ਇੱਕ ਲੋੜ ਹੈ, ਅਤੇ ਜੇ ਉਹ ਹੌਸਪੀਟਲ ਆ ਜਾਂਦਾ ਇਸ ਏਰੀਆ ਦੇ ਵਿੱਚ, ਫਸਟ ਏਡਸ ਹੋ ਜਾਂਦੀਆਂ ਨੇ, ਐਮਰਜੈਂਸੀਜ਼ ਹੋ ਜਾਂਦੀਆਂ ਨੇ, ਹੋਰ ਹੋ ਜਾਂਦੀਆਂ ਨੇ, ਫਿਰ ਮੈਂ ਉਸੇ ਗੱਲ 'ਤੇ ਆ ਰਿਹਾ ਬਈ ਇੰਸਟੀਟਿਊਸ਼ਨਸ ਤੁਸੀਂ ਕ੍ਰੀਏਟ ਕਰ ਲਓਗੇ
ਬਟ ਪੋਸਟਾਂ ਨਹੀਂ ਹੋਣਗੀਆਂ ਪਰ ਤਾਂ ਕੀ ਕਰੋ? ਪੋਸਟਾਂ ਨਹੀਂ ਹੋਣਗੀਆਂ। ਜੇ ਪੋਸਟਾਂ ਹੋਣਗੀਆਂ ਤਾਂ ਤੁਸੀਂ ਜਿਹੜੇ ਡਾਕਟਰ ਇੱਥੇ ਰਹਿਣਗੇ ਉਹਨਾਂ ਵਾਸਤੇ ਵੀ ਕੋਈ ਇਨਵਾਇਰਨਮੈਂਟ ਚਾਹੀਦਾ ਹੈ, ਉਹਨਾਂ ਦੇ ਬੱਚਿਆਂ ਦੇ ਐਜੂਕੇਸ਼ਨ ਦਾ ਇਨਵਾਇਰਨਮੈਂਟ ਚਾਹੀਦਾ ਹੈ। ਸੋ ਇਹ ਜਦੋਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਨਾ ਜੀ, ਇਹ ਸਾਰੀ ਚੀਜ਼ ਇੱਕ ਇੰਟਰਕਨੈਕਟਡ ਹੋ ਜਾਂਦੀ ਹੈ। ਤੁਸੀਂ ਇੱਕ ਇੰਸਟੀਟਿਊਸ਼ਨਸ ਦੇ ਉੱਤੇ ਇਕੱਲਾ ਖੜੇ ਕਰਨ ਦਾ ਕੋਈ ਫਾਇਦਾ ਨਹੀਂ, ਉਹ ਖੰਡਰ ਬਣ ਜਾਂਦੇ ਨੇ। ਉਸ ਦੇ ਵਿੱਚ ਜਿਹੜੀਆਂ ਰੂਰਲ ਡਾਕਟਰਸ ਨੇ ਜਾਂ ਦੂਸਰੇ ਨੇ, ਉਹਨਾਂ ਦੇ ਇਨਸੈਂਟਿਵਸ, ਉਹਨਾਂ ਦੇ ਬੱਚਿਆਂ ਵਾਸਤੇ ਇਨਸੈਂਟਿਵਸ, ਉਹਨਾਂ ਦੀਆਂ ਫੈਸਿਲਿਟੀਜ਼, ਇਹ ਸਾਰੀਆਂ ਚੀਜ਼ਾਂ ਦੇਖਣ ਸੋ ਕਹਿਣ ਤੋਂ ਭਾਵ ਇੱਕ ਐਜੂਕੇਟਿਡ ਪੋਲੀਟੀਸ਼ੀਅਨਸ ਜਿਹੜੀਆਂ ਬੜੀਆਂ ਸੁਲਝੀਆਂ ਜਿਹੀਆਂ ਗੱਲਾਂ ਕਰੀ ਜਾਂਦੇ ਹੋ, ਇਹਦੇ ਨਾਲ ਕਿੰਨਾ ਕੁ ਆਮ ਤੌਰ ਦੇ ਉੱਤੇ ਤਾਂ ਗੱਲ ਇਹ ਵੀ ਬੜੀ ਹੁੰਦੀ ਹੈ ਨਾ ਕਿ ਜਿੰਨੀ ਤੇ ਤੁਸੀਂ ਖੜਕਵੀਂ ਗੱਲ ਜੀ ਨਹੀਂ ਕਰਦੇ ਦੇ, ਇਹ ਪੜ੍ਹੀਆਂ ਲਿਖੀਆਂ ਗੱਲਾਂ ਤਾਂ ਸਮਝਾਉਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। ਲੋਕ ਸਮਝਦੇ ਨੇ ਜੀ। ਅੱਜ ਜਿਹੜੀ ਪੀੜ੍ਹੀ ਹੈ, ਇਹਦਾ ਮਤਲਬ ਸਮਝਦੇ ਹੋ ਕਿਸਾਨ ਅੰਦੋਲਨ ਦਾ ਅਸਰ ਪਿਆ, ਵੀ ਸਮਝਦੇ ਆ ਵੀ ਪੜ੍ਹ ਲਿਖ ਕੇ ਲੋਕ ਉਹਦੇ ਨਾਲ ਬੜੇ ਪੜ੍ਹ ਗਏ? ਨਹੀਂ ਜੀ, ਕਿਸਾਨ ਅੰਦੋਲਨ ਦਾ ਜਿਹੜਾ ਅਸਰ ਹੈ ਜਦੋਂ ਆਪਦੇ ਤੇ ਪੈਂਦੀ ਹੈ। ਹੁਣ ਕਿਸਾਨ ਅੰਦੋਲਨ ਦਾ ਜਿਹੜਾ ਹੈਗਾ, ਮੈਂ ਕਿਸਾਨੀ ਦੀ ਗੱਲ ਕਰਦਾ, ਜਦੋਂ ਪੰਜਾਬ ਦੇ ਵਿੱਚ ਲੋਕ ਕਿਸਾਨੀ ਦੇ ਵਾਸਤੇ ਗਏ ਨੇ, ਤਾਂ ਪੰਜਾਬ ਦੇ ਲੋਕ ਕਿਸਾਨੀ ਦੇ ਅੰਦੋਲਨ ਦੇ ਵਿੱਚ ਗਏ ਨੇ। ਉੱਥੇ ਕਿਸੇ ਨੇ ਕਾਂਗਰਸ ਨਹੀਂ ਦੇਖਿਆ, ਕਿਸੇ ਨੇ ਅਕਾਲੀ ਨਹੀਂ ਦੇਖਿਆ, ਉੱਥੇ ਕਿਸੇ ਉਦੋਂ ਨੇ ਪੜ੍ਹ ਕੇ ਬਹੁਤ ਆਏ ਨਾ, ਉੱਥੋਂ ਸਿੱਖ ਕੇ ਆਏ ਸਾਰੀਆਂ ਚੀਜ਼ਾਂ। ਪਰ ਉਹਦੇ ਵਿੱਚ ਇਹ ਵੀ ਹੈਗਾ ਕਿ ਅੱਜ ਦੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਇੰਨਾ ਦੱਸਣਾ ਚਾਹਣਾ ਹੈ ਬਈ ਹਰ ਕੋਈ ਸਿਆਣਾ ਹੈ, ਔਰ ਬਹੁਤ ਸਿਆਣਾ ਹੈ, ਕੋਈ ਕਮਲਾ ਨਹੀਂ ਰਿਹਾ ਜੀ। ਜਿਹੜੀ ਜਾਗਰਤੀ ਹੈ, ਅਵੇਅਰਨੈਸ ਹੈ, ਇਹ ਬਹੁਤ ਆ ਚੁੱਕੀ ਹੈ। ਇਹਦੇ 'ਚ ਕੋਈ ਕਮੀ ਨਹੀਂ ਗੀ। ਅੱਜ ਤੱਕ ਸੱਥ 'ਚ ਬੈਠਾ ਹੁੰਦਾ ਹੈ ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਗੱਲ ਕਰਦਾ ਹੁੰਦਾ ਹੈ, ਤੇ ਇਹ ਤਾਂ ਜਿਹੜੇ ਚੀਫ ਮਿਨਿਸਟਰ ਨੇ ਤੇ ਚੀਫ ਮਿਨਿਸਟਰਾਂ ਦੇ ਬਦਲਣਾ ਤੇ ਕਰਨਾ ਤੇ ਪਾਰਟੀਆਂ ਬਾਰੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ। ਮੈਂ ਇੱਕ ਗੱਲ ਬੜੇ ਸਪਸ਼ਟ ਕਹਿਣਾ ਚਾਹੁੰਦਾ ਹੈ ਬਈ ਲੋਕ ਕਹਿੰਦੇ ਨੇ ਰਾਜਨੀਤੀ ਝੂਠ ਦੀ ਹੈ। ਮੈਂ ਬੜੀ ਇਸ ਚੀਜ਼ 'ਤੇ ਵਿਸ਼ਵਾਸ ਕਰਦਾ ਬਈ ਰਾਜਨੀਤੀ ਹੈ ਹੀ ਸੱਚ ਦੀ। ਜਿਹੜਾ ਸੱਚ 'ਤੇ ਚੱਲੂਗਾ ਲੰਬਾ ਚੱਲੂਗਾ, ਜਿਹੜਾ ਝੂਠ 'ਤੇ ਚੱਲੂਗਾ ਉਹਦਾ ਉਹ ਹੋ ਸਕਦਾ ਤੰਦੂਰ ਤੋਂ ਤਪੇ ਤੰਦੂਰ ਤੋਂ ਰੋਟੀ ਲਾ ਕੇ ਲੈ ਜੇ, ਪਰ ਉਹ ਹਮੇਸ਼ਾ ਵਾਸਤੇ ਰਾਜਨੀਤੀ 'ਚ ਪੂਰਾ ਕਾਮਯਾਬ ਨਹੀਂ ਹੋ ਸਕਦਾ ਤੇ ਰਹਿ ਨਹੀਂ ਸਕਦਾ ਜੀ। ਸੋ ਬਹੁਤ ਬਹੁਤ ਧੰਨਵਾਦ ਜਗਪਾਲ ਜੀ, ਤੁਹਾਡਾ ਸ਼ੁਕਰੀਆ ਸਮਾਂ ਦੇਣ ਦੇ ਲਈ। ਤੁਹਾਡੇ ਨਾਲ ਗੱਲਬਾਤ ਕੀਤੀ ਐਂਡ ਵਿਸ਼ ਯੂ ਆਲ ਦਾ ਬੈਸਟ। ਅੱਗੇ ਵੋਟਰਸ ਨੇ ਜੋ ਕਰਨਾ ਹੈ ਉਹਨਾਂ ਦੇ ਉੱਤੇ ਹੈ। ਬਿਲਕੁਲ। ਸੋ ਇਹ ਸਨ ਜਗਪਾਲ ਸਿੰਘ ਅਬਲ ਖਰਾਣਾ। ਕੋਸ਼ਿਸ਼ ਕਰਾਂਗੇ ਤੁਹਾਨੂੰ ਲੰਬੀ ਹਲਕੇ ਦੇ ਵਿੱਚ ਇੱਥੋਂ ਦੇ ਲੋਕਾਂ ਦੀ ਵੀ ਗੱਲਬਾਤ ਸੁਣਾਵਾਂਗੇ, ਇੱਥੋਂ ਦੇ ਹੋਏ ਵਿਕਾਸ ਦੀ ਵੀ ਗੱਲਬਾਤ ਕਰਾਂਗੇ, ਇੱਥੋਂ ਦੀਆਂ ਮੁਸ਼ਕਲਾਂ ਦੀ ਵੀ ਗੱਲਬਾਤ ਕਰਾਂਗੇ। ਜਿਵੇਂ ਜਿਵੇਂ ਇਲੈਕਸ਼ਨਸ ਭਖਦੇ ਜਾਂਦੇ ਨੇ, ਸਰਦੀ ਵੱਧ ਰਹੀ ਹੈ, ਪਰ ਗਰਮੈਸ਼ ਜਿਹੜੀ ਹੈ ਉਹ ਵੀ ਨਾਲ ਦੀ ਨਾਲ ਵੱਧ ਰਹੀ ਹੈ। ਸੋ ਫਿਲਹਾਲ ਮੈਨੂੰ ਸਵਰਨ ਸਿੰਘ ਦਾ ਨਾਲੋਂ ਦਿਓ ਇਜਾਜ਼ਤ। ਸਾਡੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਦੇ ਜ਼ਰੀਏ ਜ਼ਰੂਰ ਦੱਸ ਦੇਣਾ। ਤੁਸੀਂ ਮੈਨੂੰ ਫੋਨ ਦੇ ਉੱਤੇ ਜਿਹੜਾ ਤੁਸੀਂ ਹਟਾ ਪੜ੍ਹ ਸਕਦੇ ਹੋ, ਉਹਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਸੋ ਸ਼ੁਕਰੀਆ, ਮਿਹਰਬਾਨੀ ਇਸ ਪ੍ਰੋਗਰਾਮ ਨੂੰ ਦੇਖਣ ਦੇ ਲਈ।